ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਹਰਮਨ ਥਿੰਦ ਤੇ ਤੁਸੀਂ ਵੇਖ ਰਹੇ ਹੋ ਪ੍ਰਾਈਮ ਏਸ਼ੀਆ ਟੈਲੀਵਿਜ਼ਨ। ਹਰ ਰੋਜ਼ ਦੀ ਤਰ੍ਹਾਂ ਖਬਰ ਦੀ ਖਬਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਤੁਸੀਂ ਸੋਚ ਰਹੇ ਹੋਵੋਗੇ ਕਿ ਅੱਜ ਮੈਂ ਖਬਰ ਦੀ ਖਬਰ ਪ੍ਰੋਗਰਾਮ ਦੇ ਵਿੱਚ ਕੀ ਕਰ ਰਹੀ ਹਾਂ। ਅਸਲ ਦੇ ਵਿੱਚ ਅੱਜ ਖਬਰ ਦੀ ਖਬਰ ਪ੍ਰੋਗਰਾਮ ਦੀ 1000ਵੀਂ ਕਿਸ਼ਤ ਹੈ ਤੇ ਨਿਊਜ਼ੀਲੈਂਡ ਦੇ ਵਿੱਚ ਹੋਣ ਦਾ ਕਰਕੇ ਅਸੀਂ ਸੋਚਿਆ ਵੀ ਕਿਉਂ ਨਾ ਸਿਰਫ ਅੱਜ ਦੇ ਲਈ ਇਸ ਪ੍ਰੋਗਰਾਮ ਨੂੰ ਇੱਕ ਵੱਖਰਾ ਰੂਪ ਦਿੱਤਾ ਜਾਏ। ਸਵਰਨ ਸਿੰਘ ਟਾਣਾ ਹੋਰਾਂ ਦੇ ਨਾਲ ਗੱਲਬਾਤ ਕੀਤੀ ਜਾਏ, ਉਹਨਾਂ ਨੂੰ ਪੁੱਛਿਆ ਜਾਏ ਕਿ ਇਹ ਸਫ਼ਰ ਉਹਨਾਂ ਦਾ ਕਿਹੋ ਜਿਹਾ ਰਿਹਾ, ਕੀ ਕੁਝ ਉਹਨਾਂ ਨੇ ਹੰਡਾਇਆ ਇਸ ਸਫ਼ਰ ਦੇ ਦੌਰਾਨ, ਕਿਹੋ ਜਿਹਾ ਉਹਨਾਂ ਦਾ ਇਹ ਸਫ਼ਰ ਸੀ, ਕਿਹੜੀਆਂ ਯਾਦਾਂ ਇਹਦੇ ਨਾਲ ਜੁੜਦੀਆਂ ਰਹੀਆਂ ਨੇ। ਉਹ ਸਾਰੀਆਂ ਗੱਲਾਂ ਬਾਤਾਂ ਜਾਣਨ ਦੇ ਲਈ ਮੈਂ ਇਸ ਪ੍ਰੋਗਰਾਮ ਦੇ ਵਿੱਚ ਆਈ ਹਾਂ। ਸੋ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦੀ ਹਾਂ ਸਵਰਨ ਸਿੰਘ ਟਾਣਾ ਹੋਰਾਂ ਦਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਮੁਬਾਰਕਾਂ ਟਾਣਾ ਸਾਹਿਬ, ਪਹਿਲਾਂ ਤਾਂ ਤੁਹਾਨੂੰ ਇਸ ਪ੍ਰੋਗਰਾਮ ਦੀ 1000ਵੀਂ ਕਿਸ਼ਤ ਦੀਆਂ। ਹਰਮਨ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਅਸਲ ਦੇ ਵਿੱਚ ਇਹ ਮੇਰੇ ਲਈ ਇਕੱਲੇ ਦੇ ਲਈ ਮੁਬਾਰਕਾਂ ਨਹੀਂ, ਇਹਦੇ ਲਈ ਮੈਂ ਧੰਨਵਾਦੀ ਵੀ ਹਾਂ ਤੇ ਮੁਬਾਰਕਬਾਦ ਉਹਨਾਂ ਸਾਰੇ ਦਰਸ਼ਕਾਂ ਨੂੰ ਦਿੰਦਾ ਜਿਨ੍ਹਾਂ ਨੇ 1000 ਕਿਸ਼ਤਾਂ ਤੱਕ ਇੰਨਾ ਪਿਆਰ, ਸਤਿਕਾਰ ਤੇ ਮਾਣ ਦਿੱਤਾ, ਜਿਨ੍ਹਾਂ ਨੇ ਆਪਣੀਆਂ ਕੀਮਤੀ ਰਾਇਆਂ ਦਿੱਤੀਆਂ, ਜਿਨ੍ਹਾਂ ਨੇ ਇਹ ਦੱਸਿਆ ਕਿ ਭਾਈ ਤੁਸੀਂ ਸੱਚ ਨੂੰ ਬੋਲਦੇ ਰਹੋ। ਕਈ ਵਾਰ ਸੱਚ ਕੱਚ ਬਣ ਕੇ ਚੁਭਿਆ ਵੀ ਹੈ, ਪਰ ਇਹਦੇ ਲਈ ਅਸੀਂ ਧੰਨਵਾਦੀ ਅਮਨ ਖਟਕੜ ਹੋਰਾਂ ਦੇ ਵੀ ਹਾਂ ਜਿਨ੍ਹਾਂ ਨੇ ਸਾਨੂੰ ਹਮੇਸ਼ਾ ਸੱਚ ਬੋਲਣ ਵਾਸਤੇ ਪ੍ਰੇਰਿਤ ਕੀਤਾ। ਸੋ ਮੈਨੂੰ ਇਸ ਗੱਲ ਦੀ ਤਸੱਲੀ ਆ, ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ 1000 ਕਿਸ਼ਤ ਪੂਰੀ ਹੋਈ ਆ ਸਾਰਿਆਂ ਦੇ ਕਰਕੇ। ਟਾਣਾ ਸਾਹਿਬ, ਹਰ ਰੋਜ਼ ਆਪਾਂ ਚਾਹੀਦਾ ਵਿਚਾਰ ਪ੍ਰੋਗਰਾਮ ਦੇ ਵਿੱਚ ਮਿਲਦੇ ਆ, ਪਰ ਸੱਚੀ ਦੱਸਾਂ ਇੱਥੇ ਆ ਕੇ ਅੱਜ ਪਤਾ ਨਹੀਂ ਕਿਉਂ ਜ਼ਿਆਦਾ ਔਖਾ ਲੱਗ ਰਿਹਾ ਮੈਨੂੰ ਵੀ, ਕਿਉਂਕਿ ਹਰੇਕ ਪ੍ਰੋਗਰਾਮ ਦਾ ਇੱਕ ਆਪਣਾ ਕਹਿ ਲਓ ਔਰਾ ਹੁੰਦਾ ਹੈ, ਆਪਣਾ ਤਰੀਕਾ ਹੁੰਦਾ ਹੈ। ਸੋ ਖਬਰ ਦੀ ਖਬਰ ਪ੍ਰੋਗਰਾਮ ਦੇ ਵਿੱਚ ਆਉਣਾ ਮੇਰੇ ਲਈ ਵੀ ਬਹੁਤ ਔਖਾ ਤੇ ਬਹੁਤ ਇੱਕ ਵੱਡਾ ਫੈਸਲਾ ਸੀ, ਹੈ ਨਾ। ਤੇ ਤੁਸੀਂ ਹਰ ਰੋਜ਼ ਇਸ ਪ੍ਰੋਗਰਾਮ ਨੂੰ ਕਰਦੇ ਹੋ, ਸੋ ਇਹਨਾਂ 1000 ਕਿਸ਼ਤਾਂ ਦੇ ਦੌਰਾਨ ਇਹ ਸਫ਼ਰ ਤੁਹਾਡਾ ਕਿਹੋ ਜਿਹਾ ਰਿਹਾ? ਹਰਮਨ ਜੀ, ਜਦੋਂ ਨਾ ਇਹ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ, ਜਦੋਂ ਪਹਿਲੀ ਕਿਸ਼ਤ ਦੀ ਤਿਆਰ ਕਰਨੀ ਸੀ, ਉਦੋਂ ਮਨ ਦੇ ਵਿੱਚ ਬਹੁਤ ਸਾਰੇ ਖਿਆਲ ਸੀਗੇ ਕਿ 22 ਮਿੰਟ ਦੇ ਵਿੱਚ ਦੇਸ਼ ਦੁਨੀਆ ਦੀ ਗੱਲ ਕਾਲੇ ਕਦਮੀ ਕਿਵੇਂ ਕਰਨੀ ਹੈ ਤੇ ਗੱਲ ਉਹ ਕਿਵੇਂ ਕਰਨੀ ਹੈ ਜਿਹੜੀ ਕਿ ਲੋਕ ਪੱਖੀ ਹੋਵੇ, ਜਿਹੜੀ ਕਿ ਸਿਆਸਤਦਾਨਾਂ ਦੀਆਂ ਉਹ ਘੁੰਡੀਆਂ ਨੂੰ ਖੋਲਦੀ ਹੋਵੇ, ਜਿਹੜੀਆਂ ਕਿ ਮੀਡੀਆ ਦੇ ਕੁਝ ਅੰਗ ਨਹੀਂ ਖੋਲਦੇ ਵੱਖੋ ਵੱਖਰੇ ਕਾਰਨਾਂ ਦੇ ਕਰਕੇ। ਦੇਖੋ, ਖਬਰ ਉਹੀ ਰਹਿਣੀ ਹੈ, ਭਾਵੇਂ ਤੁਸੀਂ ਫੇਸਬੁੱਕ ਤੇ ਪੜ੍ਹ ਲਓ, ਭਾਵੇਂ ਤੁਸੀਂ ਵੈਬਸਾਈਟ ਤੇ ਦੇਖ ਲਓ, ਟੈਲੀਵਿਜ਼ਨ ਤੇ ਦੇਖ ਲਓ, ਰੇਡੀਓ ਤੇ ਸੁਣ ਲਓ, ਅਖਬਾਰ 'ਚ ਪੜ੍ਹ ਲਓ, ਪਰ ਉਸ ਖਬਰ ਨੂੰ ਤੁਸੀਂ ਪੇਸ਼ ਕਿਵੇਂ ਕਰਨਾ। ਹੁਣ ਜਦੋਂ ਅਸੀਂ ਨਾਂ ਰੱਖਣਾ ਸੀਗਾ, ਉਦੋਂ ਮੈਂ ਖਟਕੜ ਸਾਹਿਬ ਦੇ ਨਾਲ ਗੱਲ ਕੀਤੀ ਵੀ ਪਹਿਲਾਂ ਇਹਦਾ ਨਾਂ ਸੀ ਖਬਰਨਾਮਾ ਰੱਖਣ ਬਾਰੇ ਸੋਚਿਆ, ਫਿਰ ਇੱਕ ਹੋਰ ਖਬਰਾਂ ਦੇ ਨਾਲ ਸੰਬੰਧਿਤ ਗੱਲ ਸੋਚੀ ਵੀ ਆਹ ਨਾਂ ਰੱਖ ਲੈਂਦੇ ਆ, ਫਿਰ ਇਹ ਸੋਚਿਆ ਵੀ ਖਬਰ ਦੀ ਖਬਰ ਕਿਵੇਂ ਲਈ ਜਾਵੇ, ਕਿਉਂਕਿ ਜਿਹੜੀ ਖਬਰ ਇਸ ਵਕਤ ਵੱਡੀ ਚੱਲ ਰਹੀ ਹੈ, ਜਿਹਨੇ ਸਭ ਦਾ ਧਿਆਨ ਖਿੱਚਿਆ ਹੋਇਆ, ਉਸ ਖਬਰ ਦੇ ਪਿੱਛੇ ਕਿਹੜੀ ਖਬਰ ਲੁਕੀ ਹੋਈ ਹੈ। ਇਹਦਾ ਨਾਂ ਇਸ ਕਰਕੇ ਉਦੋਂ ਖਬਰ ਦੀ ਖਬਰ ਰੱਖਿਆ ਸੀਗਾ। ਸੋ ਇਸ ਪ੍ਰੋਗਰਾਮ ਨੂੰ ਕਰਦੇ ਵਕਤ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪਿਆ, ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਜਿਹੜੀਆਂ ਕਿ ਬੰਦਾ ਆਪਦੇ ਪਿੰਡੇ ਦੇ ਉੱਤੇ ਹੰਡਾਉਂਦਾ, ਆਪਦੀ ਸੋਚ ਦੇ ਵਿੱਚ ਸੰਭਾਲ ਕੇ ਰੱਖਦਾ। ਹਰ ਗੱਲ ਹੈ ਜਿਹੜੀ ਉਹ ਨਸ਼ਰ ਕਰਨੀ, ਕਈ ਵਾਰੀ ਇਉਂ ਲੱਗਦਾ ਵੀ ਪੱਤਰਕਾਰ ਡੋਲ ਗਿਆ, ਕਿਉਂਕਿ ਇਉਂ ਲੱਗਦਾ ਕਈ ਵਾਰ ਵੀ ਕੋਈ ਐਵੇਂ ਸਰਟੀਫਿਕੇਟ ਨਾ ਜਾਰੀ ਕਰ ਦੇਵੇ ਵੀ ਭਾਈ ਇਹ ਤਾਂ ਏਦਾਂ ਹੈ, ਇਹ ਤਾਂ ਉੱਦਾਂ ਹੈ। ਪਰ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਕੋਸ਼ਿਸ਼ ਕੀਤੀ ਹੈ, ਮੈਂ ਨਹੀਂ ਕਹਿੰਦਾ ਵੀ ਮੈਂ 100% ਦੀ ਸਭ ਦੀ ਕਸਵੱਟੀ ਤੇ ਖਰਾ ਉਤਰਿਆ ਹੋਊਗਾ, ਹਰ ਕਿਸੇ ਨੂੰ ਸੰਤੁਸ਼ਟ ਕਰ ਸਕਣਾ ਮੇਰੇ ਵੱਸ ਦੀ ਗੱਲ ਵੀ ਨਹੀਂ, ਪਰ ਕੋਸ਼ਿਸ਼ ਕੀਤੀ ਹੈ ਕਿ ਸੱਚ ਦੇ ਨੇੜੇ ਤੇੜੇ ਦੀ ਗੱਲ ਕੀਤੀ ਜਾਵੇ। ਭਾਵੇਂ ਵਰਤਮਾਨ ਸਰਕਾਰ ਹੋਵੇ ਪੰਜਾਬ ਦੀ, ਭਾਵੇਂ ਪਿਛਲੀ ਸਰਕਾਰ ਹੋਵੇ ਪੰਜਾਬ ਦੀ, ਭਾਵੇਂ ਆਮ ਆਦਮੀ ਪਾਰਟੀ ਜੋ ਕਿ ਵਿਰੋਧੀ ਧਿਰ ਦੇ ਰੂਪ ਦੇ ਵਿੱਚ ਹੈ, ਭਾਵੇਂ ਕਿ ਕੇਂਦਰ ਦੀ ਸਰਕਾਰ ਹੈ, ਜਿੱਥੇ ਜਿੱਥੇ ਵੀ ਭਾਵੇਂ ਧਾਰਮਿਕ ਮੁੱਦਾ, ਸਮਾਜਿਕ ਮੁੱਦਾ, ਆਰਥਿਕ ਮੁੱਦਾ, ਰਾਜਨੀਤਿਕ ਮੁੱਦਾ, ਕੋਸ਼ਿਸ਼ ਕੀਤੀ ਹੈ ਵੀ ਗੱਲ ਸੱਚ ਦੇ ਨੇੜੇ ਤੇੜੇ ਹੋਵੇ ਤੇ ਬਾਕੀ ਦਰਸ਼ਕ ਵੱਧ ਜਾਣਦੇ ਕਿ ਕਿੰਨਾ ਕੁ ਅਸੀਂ ਪਾਸ ਹੋਏ ਤੇ ਕਿੰਨਾ ਕੁ ਫੇਲ। ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ, ਤੇ ਜਿਵੇਂ ਤੁਸੀਂ ਕਿਹਾ ਵੀ ਖਬਰਾਂ ਉਹੀ ਹੁੰਦੀਆਂ ਨੇ, ਹਨਾ, ਉਹਨੂੰ ਪੇਸ਼ ਕਿਵੇਂ ਕਰਨਾ ਇਹ ਤੁਹਾਡੇ ਉੱਪਰ ਨਿਰਭਰ ਕਰਦੀ ਗੱਲ ਹੈ ਕਿ ਜਿਹੜੀ ਲੋਕਾਂ ਨੂੰ ਵੀ ਚੰਗੀ ਲੱਗੇ, ਜਿਹੜੀ ਸੱਚ ਦੇ ਰੂਪ ਦੇ ਵਿੱਚ ਵੀ ਹੋਵੇ। ਸੋ ਤੁਸੀਂ ਜਿਹੜੀ ਖਬਰਾਂ ਦੀ ਚੋਣ ਹੈ ਉਹ ਕਿਸ ਹਿਸਾਬ ਨਾਲ ਕਰਦੇ ਹੋ ਇਸ ਪ੍ਰੋਗਰਾਮ? ਦੇਖੋ, ਇੱਕ ਤਾਂ ਗੱਲ ਇਹ ਹੈ ਕਿਉਂਕਿ ਅਸੀਂ ਪੰਜਾਬੀ ਹਾਂ ਤੇ ਸਾਨੂੰ ਦੇਸ਼ ਦੁਨੀਆ ਦੇ ਵਿੱਚ ਬੈਠਿਆਂ ਨੂੰ ਪੰਜਾਬ ਦੇ ਬਾਬਤ ਸਭ ਤੋਂ ਵੱਧ ਫਿਕਰ ਰਹਿੰਦਾ। ਹੁਣ ਅਸੀਂ ਨਿਊਜ਼ੀਲੈਂਡ ਦੇ ਵਿੱਚ ਆ, ਪਿਛਲੇ 3 ਮਹੀਨਿਆਂ ਤੋਂ ਤਾਲਾਬੰਦੀ ਦੇ ਕਰਕੇ ਅਸੀਂ ਇੱਥੇ ਰੁਕੇ ਹੋਏ ਹਾਂ। ਇੱਥੇ ਵੀ ਅਸੀਂ ਜਿੰਨੇ ਵੀ ਹਰਮਨ ਜੀ ਪੰਜਾਬੀਆਂ ਨੂੰ ਮਿਲੇ, ਆਪਾਂ ਸਾਂਝੇ ਰੂਪ 'ਚ ਮਿਲੇ ਪੰਜਾਬੀਆਂ ਨੂੰ, ਸਭ ਨੇ ਇਹ ਗੱਲ ਕਹੀ ਹੈ ਕਿ ਸਾਨੂੰ ਪੰਜਾਬ ਬਾਰੇ ਦੱਸੋ, ਸਭ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਦਾ ਕੁਝ ਬਣੂ ਕਿ ਨਹੀਂ, ਸਭ ਨੇ ਇਹ ਗੱਲ ਕਹੀ ਹੈ ਕਿ ਸਾਨੂੰ ਸੁਪਨਾ ਪੰਜਾਬ ਦਾ ਆਉਂਦਾ, ਭਾਵੇਂ ਸਾਨੂੰ 30, 35, 40 ਸਾਲ ਵੀ ਨਿਊਜ਼ੀਲੈਂਡ ਦੇ ਵਿੱਚ ਰਹਿੰਦਿਆਂ ਹੋ ਗਏ ਆ। ਸੋ ਇਸ ਕਰਕੇ ਪੰਜਾਬ ਦੀ ਗੱਲ ਸਭ ਤੋਂ ਵੱਧ ਕਰੀਦੀ ਆ। ਅਸੀਂ ਪੰਜਾਬ ਦੇ ਵਿੱਚ ਬੈਠੇ ਵੀ ਸਭ ਤੋਂ ਵੱਧ ਇਹੀ ਸੋਚਦੇ ਹਾਂ ਕਿ ਆਮ ਆਦਮੀ ਪਾਰਟੀ ਦਾ ਕੀ ਬਣੂ, ਪੰਜਾਬ ਦੀ ਕਾਂਗਰਸ ਦੇ ਵਿੱਚ ਕਿਹੜਾ ਨਵਾਂ ਧਮਾਕਾ ਹੋਣਾ, ਅਕਾਲੀ ਦਲ ਭਾਜਪਾ ਗੱਠਜੋੜ ਦਾ ਕੀ ਬਣੂ, ਬਸਪਾ ਦਾ ਕੀ ਬਣੂ, ਬਾਕੀ ਜਿਹੜੀਆਂ ਪਾਰਟੀਆਂ ਛੋਟੀਆਂ ਵੱਡੀਆਂ ਉਹਨਾਂ ਦਾ ਕੀ ਬਣ ਸਕਦਾ। ਸਭ ਦੀ ਇੱਛਾ ਹੁੰਦੀ ਹੈ ਇਹੀ ਜਾਣਨਾ। ਸੋ ਇਸ ਕਰਕੇ ਮੇਰੀ ਇੱਛਾ ਹੁੰਦੀ ਹੈ ਕਿ 70% ਦੀ ਪੰਜਾਬ ਦੀ ਬਾਤ ਪਾਈ ਜਾਵੇ, 30% ਦੀ ਹੈ ਜਿਹੜੀ ਉਹ ਕੇਂਦਰ ਦੀ ਜਾਂ ਹੋਰ ਵੱਖ-ਵੱਖ ਮੁੱਦਿਆਂ ਦੀ ਬਾਤ ਪਾਈ ਜਾਵੇ। ਪਰ ਨਾ ਕਈ ਵਾਰ ਦਰਸ਼ਕ ਆ ਜਿਹੜੇ
ਉਹ ਰਾਇਆਂ ਦਿੰਦੇ ਆ ਕਿ ਤੁਹਾਨੂੰ ਆਹ ਗੱਲ ਜ਼ਰੂਰ ਕਰਨੀ ਚਾਹੀਦੀ ਹੈ। ਜੀ ਬੇਨਤੀ ਮੈਂ ਹਮੇਸ਼ਾ ਇਹ ਕਰਦਾ ਹੁੰਦਾ ਕਿਉਂਕਿ ਹਰ ਇੱਕ ਦਾ ਉੱਤਰ ਨਿੱਜੀ ਤੌਰ ਦੇ ਉੱਤੇ ਦੇਣਾ ਔਖਾ ਹੋ ਜਾਂਦਾ, ਹੋਰ ਵੀ ਪ੍ਰੋਗਰਾਮ ਕਰਨੇ ਆ, ਹੋਰ ਵੀ ਖਬਰਾਂ ਸਾਂਝੀਆਂ ਕਰਨੀਆਂ। ਗੱਲ ਇਹ ਹੈ ਕਿ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਸਾਰੇ ਪੱਖਾਂ ਦੀ ਬਾਤ ਪਾਈ ਜਾਵੇ, ਪਰ ਕਈ ਵਾਰ ਕਈ ਮੁੱਦੇ ਛੁੱਟ ਵੀ ਜਾਂਦੇ ਆ। ਹੁਣ 22 ਮਿੰਟ ਦੇ ਪ੍ਰੋਗਰਾਮ ਦੇ ਵਿੱਚ ਸਾਰੀ ਦੁਨੀਆ ਦੀਆਂ ਗੱਲਾਂ ਤਾਂ ਸਮੇਟੀਆਂ ਨਹੀਂ ਜਾ ਸਕਦੀਆਂ। ਆਪਣੀ ਸਮਝ ਦੇ ਮੁਤਾਬਕ ਕੋਸ਼ਿਸ਼ ਕਰੀਦੀ ਹੈ ਕਿ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਪੱਖ ਦੀ ਗੱਲ ਕੀਤੀ ਜਾਵੇ, ਰਾਜਨੀਤਿਕ ਊਣਤਾਈਆਂ ਦੀ ਗੱਲ ਕੀਤੀ ਜਾਵੇ, ਤੇ ਕੋਸ਼ਿਸ਼ ਕਰੀਦੀ ਹੈ ਕਿ ਜੇਕਰ ਕੋਈ ਬੰਦਾ ਬੁਰਾ ਮਨਾਉਂਦਾ ਤਾਂ ਉਹ ਮਨਾਈ ਵੀ ਜਾਵੇ, ਪਰ ਜਿਹੜੀ ਗੱਲ ਗਲਤ ਆ ਉਹਨੂੰ ਗਲਤ ਕਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਵੀ ਆ ਤੇ ਕਰੀਦੀ ਵੀ ਆ। ਤੇ ਬਾਕੀ ਮੈਨੂੰ ਲੱਗਦਾ ਨਹੀਂ ਕਿ ਮੈਂ ਇਹਦੇ ਵਿਸਥਾਰ ਦੇ ਵਿੱਚ ਜਾਵਾਂ, ਸਾਰੇ ਜਾਣਦੇ ਜੀ। ਤੇ ਟਾਣਾ ਸਾਹਿਬ, ਸੱਚ ਬੋਲਣਾ ਬਹੁਤ ਔਖਾ ਹੈ। ਤੁਸੀਂ ਕਈ ਵਾਰ ਬਿਲਕੁਲ ਸਿੱਧੀ ਟਿੱਪਣੀ ਕਰ ਦਿੰਦੇ ਹੋ, ਬਿਲਕੁਲ ਸੱਚ ਬੋਲਦੇ ਹੋ, ਜਿਹੜੀ ਚਾਹੇ ਗੱਲ ਕਹਿੰਦੇ ਹੁੰਦੇ ਕਿਸੇ ਦੇ ਗੋਡੇ ਲੱਗੇ ਜਾਂ ਗਿੱਟੇ ਲੱਗੇ, ਹਨਾ। ਤੇ ਜਦੋਂ ਤੁਸੀਂ ਇੰਨੇ ਸੱਚ ਦੀ ਪੇਸ਼ਕਾਰੀ ਕਰਦੇ ਹੋ, ਕਦੀ ਕਿਸੇ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਹੋਵੇ? ਦੇਖੋ ਹਰਮਨ ਜੀ, ਗੱਲ ਇਹ ਹੈ ਕਿ ਆਪਾਂ ਚੱਜ ਦਾ ਵਿਚਾਰ ਪ੍ਰੋਗਰਾਮ ਵੀ ਹਰ ਰੋਜ਼ ਪੇਸ਼ ਕਰਦੇ ਹਾਂ ਜੀ। ਉਹਦੀ ਰੂਪਰੇਖਾ ਇੱਕ ਵੱਖਰੀ ਕਿਸਮ ਦੀ ਹੈ। ਉਹਦੇ ਵਿੱਚ ਅਸੀਂ ਮਜ਼ਾਹੀਆ ਗੱਲ ਵੀ ਕਰਦੇ ਹਾਂ, ਅਸੀਂ ਸਮਾਜਿਕ ਗੱਲ ਵੀ ਕਰਦੇ ਹਾਂ, ਉਹਦੀ ਬਿਲਕੁਲ ਢਾਂਚਾ ਵੱਖਰਾ। ਪਰ ਖਬਰ ਦੀ ਖਬਰ ਇੱਕ ਗੰਭੀਰ ਪ੍ਰੋਗਰਾਮ ਹੈ। ਇਹ ਪੰਜਾਬ ਨੂੰ ਦਰਪੇਸ਼ ਚੁਣੌਤੀਆਂ, ਦੇਸ਼ ਨੂੰ ਦਰਪੇਸ਼ ਚੁਣੌਤੀਆਂ ਦੀਆਂ ਖਬਰਾਂ ਪੇਸ਼ ਕਰਨ ਵਾਲਾ। ਸੋ ਸੱਚ ਤੇ ਕੱਚ ਚੁਭਦਾ ਬਹੁਤ ਹੈ। ਮੈਂ ਅੱਗੇ ਵੀ ਇਹ ਗੱਲ ਕਹਿਣਾ ਹੁੰਦਾ ਵੀ ਜੇ ਤਾਂ ਤੁਸੀਂ ਕਰਨੀ ਹੈ ਪੱਤਰਕਾਰੀ ਰਾਜਨੀਤਿਕ ਲੋਕਾਂ ਦੀ ਗੋਦੀ ਦੇ ਵਿੱਚ ਬੈਠ ਕੇ, ਤੁਸੀਂ ਇਹ ਗੱਲ ਕਹਿਣੀ ਹੈ ਕਿ ਪੰਜਾਬ ਨੂੰ ਕੋਈ ਚੁਣੌਤੀ ਨਹੀਂ, ਪੰਜਾਬ ਬਣ ਚੁੱਕਿਆ ਨਿਊਜ਼ੀਲੈਂਡ, ਪੰਜਾਬ ਫਲਾਣੀ ਧਿਰ ਨੇ ਬਣਾ ਦਿੱਤਾ ਕੈਨੇਡਾ, ਫਲਾਣੀ ਧਿਰ ਨੇ ਬਣਾ ਦਿੱਤਾ ਕੈਲੀਫੋਰਨੀਆ, ਫੇਰ ਤਾਂ ਤੁਹਾਨੂੰ ਕੋਈ ਸਮੱਸਿਆ ਨਹੀਂ। ਪਰ ਜੇਕਰ ਤੁਸੀਂ ਇਹ ਗੱਲ ਕਹੋਗੇ ਕਿ ਫਲਾਣੀ ਧਿਰ ਹੈ ਜਿਹੜੀ, ਉਹਨੇ ਵੀ ਕੁਝ ਨਹੀਂ ਕੀਤਾ, ਉਹਨੇ ਕੀਤੇ ਹੋਏ ਵਾਅਦਿਆਂ ਦੇ ਵਿੱਚੋਂ, ਚੋਣ ਮੈਨੀਫੈਸਟੋ ਦੇ ਵਿੱਚੋਂ 50% ਵੀ ਪੂਰੇ ਨਹੀਂ ਕੀਤੇ, ਤਾਂ ਘਰ ਬੈਠੇ ਕਈ ਸੱਜਣ ਇਸ ਗੱਲ ਦੇ ਉੱਤੇ ਇਤਰਾਜ਼ ਵੀ ਪ੍ਰਗਟਾਉਂਦੇ ਆ। ਮੈਨੂੰ ਇਉਂ ਲੱਗਦਾ ਕਦੇ ਕਦੇ ਕਿ ਸੱਚ ਤਾਂ ਸਾਨੂੰ ਸਾਰਿਆਂ ਨੂੰ ਪਸੰਦ ਆ, ਪਰ ਸਾਡੇ ਵਿੱਚੋਂ ਬਹੁਤਿਆਂ ਨੂੰ ਸੱਚ ਉਹ ਪਸੰਦ ਆ ਜਿਹੜਾ ਕਿ ਸਾਨੂੰ ਨਿੱਜੀ ਤੌਰ ਦੇ ਉੱਤੇ ਚੰਗਾ ਲੱਗਦਾ। ਮੰਨ ਲਓ ਮੈਨੂੰ ਕੋਈ ਨਿੱਜੀ ਤੌਰ ਦੇ ਉੱਤੇ ਜਾਂ ਤੁਹਾਨੂੰ ਕੋਈ ਨਿੱਜੀ ਤੌਰ ਦੇ ਉੱਤੇ ਕਿਸੇ ਦਰਸ਼ਕ ਨੂੰ ਕੋਈ ਪਾਰਟੀ ਚੰਗੀ ਲੱਗਦੀ ਹੋਵੇ, ਸਿਆਸੀ ਪਾਰਟੀ, ਜੇਕਰ ਤੁਸੀਂ ਉਹਦੇ ਵਿੱਚ ਕੋਈ ਕਮੀ ਪੇਸ਼ੀ ਕੱਢਦੇ ਹੋ ਤਾਂ ਫਿਰ ਇਹ ਗੱਲ ਕਹੀ ਜਾਂਦੀ ਆ ਕਿ ਇਹਨੂੰ ਦੂਜੇ ਨੇ ਖਰੀਦ ਲਿਆ ਹੋਣਾ। ਜੇ ਦੂਜੇ ਦੇ ਬਾਰੇ ਗੱਲ ਕਰਦੇ ਆ ਫਿਰ ਪਹਿਲੀ ਧਿਰ ਕਹਿ ਦਿੰਦੀ ਨਾ ਇਹ ਲੱਗਦਾ ਵੀ ਉਧਰਲੇ ਪਾਸੇ ਉਲਰ ਗਿਆ, ਇਹ ਐਂ ਕਰ ਗਿਆ ਹੋਣਾ। ਕਈ ਵਾਰ ਫੇਸਬੁੱਕ ਦੇ ਉੱਤੇ ਕਈ ਲੋਕ ਕੌੜਾ ਪ੍ਰਚਾਰ ਵੀ ਕਰਦੇ, ਪਰ ਮੈਂ ਹਮੇਸ਼ਾ ਉਹਨਾਂ ਲੋਕਾਂ ਨੂੰ ਇਹ ਬੇਨਤੀ ਕਰਦਾ ਕਿ ਤੁਸੀਂ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ, ਹੋਰ ਵੱਖ-ਵੱਖ ਮੁਲਕਾਂ ਦੇ ਵਿੱਚ ਬੈਠ ਕੇ ਉੱਥੋਂ ਦੇ ਰਾਜ ਦੇ ਮੁਤਾਬਕ ਪੰਜਾਬ ਦੇ ਵਿੱਚ ਰਾਜ ਲਿਆਉਣ ਬਾਰੇ ਸੋਚੋ। ਜੇ ਅਸੀਂ ਕੈਨੇਡਾ, ਅਮਰੀਕਾ ਦੇ ਵਿੱਚ ਸਾਰੀਆਂ ਸਹੂਲਤਾਂ ਮਾਣਦੇ ਹਾਂ, ਉਥੋਂ ਦੇ ਪ੍ਰਬੰਧਾਂ ਦਾ ਨਜ਼ਾਰਾ ਲੈਂਦੇ ਆ, ਤਾਂ ਫਿਰ ਉੱਥੇ ਬੈਠ ਕੇ ਵੀ ਅਸੀਂ ਕਹਿੰਦੇ ਆ ਕਿ ਅਸੀਂ ਤਾਂ ਪੰਜਾਬ ਦੀ ਫਲਾਣੀ ਧਿਰ ਨਾਲ ਜੁੜੇ ਆ, ਮੈਂ ਪੰਜਾਬ ਦੀ ਫਲਾਣੀ ਧਿਰ ਦਾ NRI ਵਿੰਗ ਦਾ ਪ੍ਰਧਾਨ ਆ, ਮੈਂ ਫਲਾਣੀ ਧਿਰ ਦਾ। ਸੋ ਇਸ ਕਰਕੇ ਅਸੀਂ ਕਹਿੰਦੇ ਆ ਜੀ ਕਿ ਬਹੁਤ ਕਮਾਲ ਹੋਈ ਪਈ ਆ। ਯਾਰ ਇੰਨਾ ਝੂਠ ਨਹੀਂ ਬੋਲਣਾ ਚਾਹੀਦਾ। ਜੋ ਪੰਜਾਬ ਦੇ ਵਿੱਚ ਚੱਲ ਰਿਹਾ, ਤੁਸੀਂ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ ਬੈਠ ਕੇ ਧੂਤੂ ਬਣ ਕੇ ਨਾ ਵਿਚਰੋ। ਤੁਸੀਂ ਇਹ ਗੱਲ ਕਹੋ ਵੀ ਅਸੀਂ ਭਾਵੇਂ ਕਿਸੇ ਵੀ ਧਿਰ ਦੇ ਨਾਲ, ਬਿਲਕੁਲ ਗਲਤ ਗੱਲ ਹੈ, ਇਹਦਾ ਨਹੀਂ ਹੋਣਾ ਚਾਹੀਦਾ। ਹੁਣ ਨਿਊਜ਼ੀਲੈਂਡ ਦੇ ਵਿੱਚ ਜਸਿੰਡਾ ਸਰਕਾਰ ਦੀ ਸਿਫਤ ਕਰਨ ਨੂੰ ਕਿਉਂ ਜੀ ਕਰਦਾ? ਕਿਉਂਕਿ ਇਹਨਾਂ ਨੇ ਕਰੋਨਾ ਨੂੰ ਖਤਮ ਕਰਤਾ। ਭਾਰਤ ਦੇ ਵਿੱਚ ਹਾਲੇ ਤੱਕ ਇਸ ਗੱਲ ਤੇ ਰੌਲਾ ਪਾਈ ਜਾਂਦਾ ਜੀ ਕਿ ਪ੍ਰਵਾਸੀ ਮਜ਼ਦੂਰ ਮੈਂ ਲੈ ਕੇ ਆਇਆ, ਦੂਜੀ ਕਿਤੇ ਧਿਰ ਨਾ ਮੈਂ ਲੈ ਕੇ ਆਇਆ। ਉਹ ਕਹਿੰਦਾ ਨਾ ਇਹਨੇ ਗਲਤ ਕੀਤਾ, ਦੂਜਾ ਕਹਿੰਦਾ ਇਹਨੇ ਗਲਤ ਕੀਤਾ, ਮਰਦੇ ਆਮ ਲੋਕ ਆ। ਸੋ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਇਹ ਗੱਲ ਹੋਊਗੀ ਲਗਭਗ 6 ਮਹੀਨੇ ਪਹਿਲਾਂ। ਇੱਕ ਰਾਜਨੀਤਿਕ ਪਾਰਟੀ ਦੇ ਆਗੂ ਦਾ ਮੈਨੂੰ ਫੋਨ ਆਇਆ, ਕਹਿੰਦਾ ਬਈ ਤੂੰ ਸਾਡੀ ਪਾਰਟੀ ਦੇ ਮੁਤਲਕ ਆਹ ਖਬਰ ਪੇਸ਼ ਕੀਤੀ ਹੈ ਤੇ ਤੈਨੂੰ ਪਤਾ ਵੀ ਪੰਗਾ ਕਿਵੇਂ ਲਈ ਜਾਂਦਾ ਤੇ ਕਿਹਦੇ ਨਾਲ ਲਈ ਜਾਂਦਾ। ਮੈਂ ਉਹਨੂੰ ਬੇਨਤੀ ਕੀਤੀ ਜੀ ਦੇਖੋ ਮੇਰਾ ਤੁਹਾਡੇ ਨਾਲ ਕੋਈ ਮੁਕਾਬਲਾ ਨਹੀਂਗਾ, ਤੁਸੀਂ ਫਲਾਣੀ ਧਿਰ ਜਿਹੜੀ ਤੁਹਾਡੀ ਹੈਗੀ ਆ ਉਹ ਬੜੀ ਵੱਡੀ ਧਿਰ ਆ, ਪਰ ਮੇਰਾ ਕੰਮ ਆ ਪੱਤਰਕਾਰੀ ਕਰਨਾ, ਮੇਰਾ ਕੰਮ ਆ ਸੱਚ ਬੋਲਣਾ। ਜੇ ਤੁਹਾਨੂੰ ਸੱਚ ਚੁਭਿਆ ਤਾਂ ਇਹਦਾ ਤੁਸੀਂ ਸਵੈ ਚਿੰਤਨ ਕਰੋ ਵੀ ਅਸੀਂ ਕਿਉਂ ਬੋਲਿਆ ਤੇ ਕੀ ਇਹ ਗਲਤ ਤਾਂ ਨਹੀਂ ਬੋਲਿਆ। ਕਹਿੰਦਾ ਫਿਰ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਤੂੰ ਮੋਟਰਸਾਈਕਲ ਤੇ ਹੁੰਨਾ ਤੇ ਫਿਰ ਐਦਾਂ ਵੀ ਹੋ ਜਾਂਦਾ ਹੁੰਦਾ। ਉਹਨੇ ਆਪਣੇ ਤਰੀਕੇ ਨਾਲ, ਅਸਿੱਧੇ ਤਰੀਕੇ ਨਾਲ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਪਰ ਜੇਕਰ ਮੈਂ ਅਗਲੀ ਕਿਸ਼ਤ ਦੇ ਵਿੱਚ ਇਹ ਗੱਲ ਕਰਾਂ ਕਿ ਮੈਨੂੰ ਕੱਲ ਇਹੋ ਜਿਹੀ ਧਮਕੀ ਆਈ ਹੈ ਤਾਂ ਫਿਰ ਇਉਂ ਲੱਗੂਗਾ ਕਿ ਮੈਂ ਆਪਦੇ ਨਿੱਜੀ ਰੋਣੇ ਪਿੱਟਣੇ ਜੇ ਸਾਂਝੇ ਕਰੀ ਜਾਂਦਾ। ਪਰ ਸੱਚ ਬੋਲਣ ਦੇ ਕਰਕੇ ਇਹੋ ਜਿਹੀਆਂ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ। ਇਹ ਤਾਂ ਤੁਸੀਂ ਚਲੋ ਇੱਕ ਪਾਰਟੀ ਦੀ ਗੱਲ ਕੀਤੀ, ਕਿਸੇ ਇੱਕ ਧਿਰ ਦੀ ਜਿਹਨੇ ਤੁਹਾਨੂੰ ਇਹੋ ਜੀ ਗੱਲ ਕਹਿ ਦਿੱਤੀ, ਇਹੋ ਜੀ ਧਮਕੀ ਦੇ ਦਿੱਤੀ। ਇਸ ਤੋਂ ਇਲਾਵਾ ਵੀ ਕਦੀ ਕਿਸੇ ਤਰ੍ਹਾਂ ਦੀ ਧਮਕੀ ਦਾ ਸਾਹਮਣਾ ਕਰਨਾ ਪਿਆ? ਧਮਕੀ ਕਈ ਵਾਰ ਆਈ ਆ ਜੀ, ਕਈ ਵਾਰ ਫੇਸਬੁੱਕ ਦੇ ਉੱਤੇ ਵੀ ਆ, ਕਈ ਵਾਰ ਨਿੱਜੀ ਤੌਰ ਦੇ ਉੱਤੇ ਫੋਨ ਕਰਕੇ ਵੀ ਆ, ਕਈ ਵਾਰ ਕਈਆਂ ਨੇ ਸੁਨੇਹੇ ਵੀ ਭੇਜੇ WhatsApp ਦੇ ਉੱਤੇ ਕਿ ਤੈਨੂੰ ਪਤਾ ਹੋਣਾ ਚਾਹੀਦਾ ਕਿ ਪੰਗਾ ਕਿਹਦੇ ਨਾਲ ਲਈ ਜਾਣਾ ਤੇ ਜੇ ਤੂੰ ਇਉਂ ਨਾ ਹਟਿਆ ਤਾਂ ਫਿਰ ਅਸੀਂ ਇਉਂ ਕਰ ਦਾਂਗੇ। ਮੈਂ ਕਿਸੇ ਦੇ ਪ੍ਰਤੀ ਤਾਂ ਜਵਾਬਦੇਹ ਨਹੀਂ,
ਪਰ ਹਰ ਬੰਦਾ ਖੁਦ ਨੂੰ ਜਵਾਬਦੇਹ ਹੁੰਦਾ। ਬਿਲਕੁਲ। ਬਤੌਰ ਪੱਤਰਕਾਰ, ਕਿਉਂਕਿ ਅਸੀਂ ਕਲਮ ਦੀ ਖੇਤੀ ਕਰਦੇ ਹਾਂ, ਕਿਉਂਕਿ ਅਸੀਂ ਬੋਲਣ ਦਾ ਜਜ਼ਬਾ ਰੱਖਦੇ ਹਾਂ, ਇਸ ਕਰਕੇ ਮੈਂ ਹਮੇਸ਼ਾ ਆਸ ਕਰਦਾ ਕਿ ਲੋਕ ਜੇਕਰ ਸੱਚ ਪਸੰਦ ਕਰਦੇ ਆ ਤੇ ਸੱਚ ਬੋਲਣ ਵਾਲੇ ਦੇ ਹੱਕ ਦੇ ਵਿੱਚ ਵੀ ਖੜਨ, ਤਮਾਸ਼ਬੀਨ ਨਾ ਬਣ। ਬਿਲਕੁਲ। ਪਰ ਅਗਲੀ ਗੱਲ ਇਹ ਹੈ ਕਿ ਜਦੋਂ ਕੋਈ ਧਮਕੀ ਦਿੰਦਾ ਨਾ, ਉਦੋਂ ਇੱਕ ਵਾਰ ਤਾਂ ਦੁੱਖ ਜਿਹਾ ਹੁੰਦਾ ਯਾਰ ਕਿ ਅਸੀਂ ਸੱਚ ਸੁਣ ਕੇ ਹੀ ਨਹੀਂ ਰਾਜ਼ੀ। ਖਾਸ ਕਰਕੇ ਨਾ ਰਾਜਨੀਤਿਕ ਤੇ ਧਾਰਮਿਕ ਮਾਮਲੇ ਦੇ ਉੱਤੇ ਵੱਧ ਪੁਆੜਾ ਪੈਂਦਾ ਜੀ। ਤੁਸੀਂ ਕਿਸੇ ਵੀ ਧਰਮ ਵਿਚਲੀ ਊਣਤਾਈ ਦੀ ਗੱਲ ਕਰਦੇ ਹੋ, ਤੁਸੀਂ ਕਹੋ ਜੀ ਕਿ ਫਲਾਣਾ ਧਰਮ ਆ ਜਿਹੜਾ, ਇਹਦੇ ਵਿੱਚ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਇਹਦੇ ਅਖੌਤੀ ਜਿਹੜੇ ਅਗਵਾਈ ਕਰਨ ਵਾਲੇ ਉਹਨਾਂ ਨੇ ਲੈ ਕੇ ਆਂਦੀਆਂ। ਬਿਲਕੁਲ। ਤੇ ਉਧਰਲੇ ਪਾਸੇ ਕਹਿਣਗੇ ਦੂਜੇ 'ਚ ਕਿਹੜਾ ਹੈ ਨਹੀਂ। ਉਹ ਦੂਜੇ ਦੀ ਗੱਲ ਕਰੋ, ਉਹ ਕਹੂਗਾ ਜੀ ਫਲਾਣੇ ਧਰਮ ਦੇ ਵਿੱਚ ਕਿਹੜਾ ਹੈ ਨਹੀਂ। ਅਸਲ ਦੇ ਵਿੱਚ ਅਸੀਂ ਇਸ ਗੱਲ ਨੂੰ ਕਬੂਲ ਕਰਕੇ ਨਹੀਂ ਰਾਜ਼ੀ ਵੀ ਭਾਈ ਸਾਡੇ ਵਿੱਚ ਕੀ ਕੀ ਕਮੀਆਂ। ਅਸੀਂ ਸਾਰੇ ਹੀ ਉਹਨਾਂ ਗੱਲਾਂ ਦੇ ਉੱਤੇ ਖਰਾ ਨਹੀਂ ਉਤਰ ਸਕੇ, ਉਹਨਾਂ ਸਿਧਾਂਤਾਂ ਦੇ ਉੱਤੇ ਪੂਰਾ ਨਹੀਂ ਉਤਰ ਸਕੇ ਜਿਨ੍ਹਾਂ ਦੇ ਉੱਤੇ ਉਤਰਨਾ ਚਾਹੀਦਾ ਸੀ। ਸੱਚ ਸਾਨੂੰ ਪਸੰਦ ਆ, ਸਾਰਿਆਂ ਨੂੰ ਸੱਚ ਪਸੰਦ ਆ, ਪਰ ਬਹੁਤੀ ਵਾਰ ਸੱਚ ਉਹ ਚਾਹੀਦਾ ਜਿਹੜਾ ਕਿ ਮੈਨੂੰ ਨਿੱਜੀ ਤੌਰ ਦੇ ਉੱਤੇ ਪਸੰਦ ਆ। ਜੇ ਮੇਰੇ ਉਸ ਸੱਚ ਤੋਂ ਉਲਟ ਕੋਈ ਸੱਚ ਪੇਸ਼ ਹੋਇਆ ਤਾਂ ਫਿਰ ਮੈਂ ਇਹ ਕਹੂੰਗਾ ਵਿਕ ਗਿਆ, ਖਰੀਦ ਲਿਆ, ਇਹ ਝੋਲੀ ਚੱਕ ਬਣ ਗਿਆ, ਇਹਨਾਂ ਨੂੰ ਸਿੱਧੇ ਕਰਨ ਦੀ ਲੋੜ ਹੈ, ਇਹਨਾਂ ਨੂੰ ਬੁਰਕੀ ਪੈ ਗਈ, ਇਹਨਾਂ ਨੂੰ ਫਲਾਣਾ ਹੋ ਗਿਆ। ਉਹ ਲੋਕ ਉਹਨਾਂ ਦੇ ਕੋਲੇ ਕੁਝ ਕੁ ਸ਼ਬਦਾਂ ਚੋਣਵੇਂ ਉਹਨਾਂ ਨੇ ਉਹ ਵੰਡਣੇ ਆ, ਉਹ ਛਿੱਟਾ ਦਿੰਦੇ ਆ ਹਮੇਸ਼ਾ। ਮੈਨੂੰ ਇਸ ਗੱਲ ਦੇ ਉੱਤੇ ਦੁੱਖ ਹੁੰਦਾ ਕਦੇ ਕਦੇ ਵੀ ਲੋਕ ਆ ਨਾ ਜਿਹੜੀ ਉਹ ਆਪਣੀ ਮਾਨਸਿਕਤਾ ਨਹੀਂ ਬਦਲਦੇ। ਸਾਨੂੰ ਸੱਚ ਦੇ ਉੱਤੇ ਪਹਿਰਾ ਸਭ ਨੂੰ ਦੇਣਾ ਚਾਹੀਦਾ, ਮੇਰਾ ਤਾਂ ਫਰਜ਼ ਨਹੀਂ ਇਕੱਲੇ ਦਾ। ਜਿਹੜੇ ਪੰਜਾਬ 'ਚ ਮੈਂ ਰਹਿਣਾ ਉਸੇ ਪੰਜਾਬ 'ਚ ਸਾਰੇ ਅਸੀਂ ਰਹਿੰਦੇ ਆ, ਉਸੇ ਪੰਜਾਬ ਦੇ ਵਿੱਚੋਂ ਉੱਠ ਕੇ ਅਸੀਂ ਦੇਸ਼ ਦੁਨੀਆ ਦੇ ਵਿੱਚ ਗਏ ਆ। ਸੋ ਇੱਕ ਦੂਜੇ ਨੂੰ ਧਮਕੀਆਂ ਦੇਣ ਦੇ ਨਾਲ ਮਸਲੇ ਹੱਲ ਨਹੀਂ ਹੁੰਦੇਗੇ। ਗੱਲ ਇਹ ਆ ਕਿ ਜੇਕਰ ਅਸੀਂ ਪੰਜਾਬ ਨੂੰ ਬਚਾਉਣਾ ਨਾ, ਉਹਦੇ ਲਈ ਹਮਲਾ ਮਾਰਨਾ ਪਊਗਾ। ਕਈ ਲੋਕ ਮੈਨੂੰ ਰਾਏ ਦੇਣਗੇ ਕਿ ਤੁਹਾਨੂੰ ਹੁਣ ਇਉਂ ਕਰ ਲੈਣਾ ਚਾਹੀਦਾ। ਮੈਂ ਕਹਿੰਦਾ ਯਾਰ ਮੇਰੀ ਜਿੰਨੀ ਕੁ ਸਮਰੱਥਾ ਮੈਂ ਉਹਨਾਂ ਕੁ ਕਰ ਰਿਹਾ। ਮੈਂ ਨਹੀਂ ਕਹਿੰਦਾ ਮੈਂ ਬਹੁਤ ਕੁਝ ਵੱਡਾ ਕਰ ਰਿਹਾ, ਪਰ ਯਾਰ ਤੁਸੀਂ ਵੀ ਇਸ ਪੰਜਾਬ ਦੇ ਵਾਸੀ ਹੋ। ਮੈਨੂੰ ਕਹਿਣਗੇ ਜੀ ਅਸੀਂ ਤਾਂ ਬਿਜ਼ੀ ਹੁੰਨੇ ਆ, ਤੇ ਮੈਂ ਕਹਿੰਦਾ ਜੀ ਮੈਂ ਵੀ ਘਰੋਂ ਨਹੀਂ ਕੱਢਿਆ ਜੀ। ਅਸੀਂ ਸਾਰੇ ਕਿਉਂ ਨਹੀਂ ਸਮੂਹਕ ਹਮਲਾ ਮਾਰਦੇ। ਤੁਸੀਂ ਰਾਏ ਨਾ ਦਿਆ ਕਰੋ, ਤੁਸੀਂ ਨਗੋਚ ਨਾ ਕੱਢਿਆ ਕਰੋ, ਤੁਸੀਂ ਆਪ ਵੀ ਕੁਝ ਕਰੋ ਤਾਂ ਜੋ ਅਸੀਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਸੇਵਾ ਸਹੀ ਅਰਥਾਂ ਦੇ ਵਿੱਚ ਕਰ ਸਕੀਏ। ਬਿਲਕੁਲ, ਤੁਸੀਂ 100% ਦੀ ਸਹੀ ਗੱਲ ਕਹੀ ਹੈ ਵੀ ਸਾਨੂੰ ਇੱਕ ਤਾਂ ਸੱਚ ਜਿਹੜਾ ਉਹਨੂੰ ਹਜ਼ਮ ਵੀ ਕਰਨਾ ਪਊਗਾ ਤੇ ਰਲ ਮਿਲ ਕੇ ਸਾਰਿਆਂ ਨੂੰ ਹਮਲਾ ਮਾਰਨਾ ਪਊਗਾ, ਤਾਂ ਸਾਡੇ ਦਿਨ ਬਦਲਣਗੇ, ਪੰਜਾਬ ਦੇ ਦਿਨ ਬਦਲਣਗੇ। ਸੋ ਟਾਣਾ ਸਾਹਿਬ, ਆਪਾਂ ਗੱਲ ਕਰ ਰਹੇ ਸੀ ਖਬਰ ਦੀ ਖਬਰ ਦੇ ਸਫ਼ਰ ਦੇ ਬਾਰੇ ਦੇ ਵਿੱਚ ਕਿ ਹੁਣ ਤੱਕ ਕੀ ਤੁਹਾਡੇ ਤਜਰਬੇ ਰਹੇ ਨੇ। ਵੈਸੇ ਜੇਕਰ ਮੈਂ ਇਸ ਪ੍ਰੋਗਰਾਮ ਦੀ ਤਿਆਰੀ ਦੀ ਗੱਲ ਕਰਾਂ ਵੀ ਹਰ ਰੋਜ਼, ਕਿਉਂਕਿ ਤੁਸੀਂ ਇਕੱਲਿਆਂ ਨੇ ਇਹਦੀ ਪੇਸ਼ਕਾਰੀ ਕਰਨੀ ਹੁੰਦੀ ਹੈ, ਜੋ ਦਿਮਾਗ ਦੇ ਵਿੱਚ ਉਸ ਵੇਲੇ ਬਣ ਰਿਹਾ ਹੁੰਦਾ ਹੈ ਉਹੀ ਤੁਸੀਂ ਨਾਲ ਦੀ ਨਾਲ ਹੀ ਲੋਕਾਂ ਤੱਕ ਪਹੁੰਚਾਉਣਾ ਹੁੰਦਾ ਹੈ। ਸੋ ਤਿਆਰੀ ਦੇ ਉੱਪਰ ਤੁਹਾਨੂੰ ਕਿੰਨਾ ਕੁ ਸਮਾਂ ਲੱਗਦਾ ਹੈ? ਹਰਮਨ ਜੀ ਦੇਖੋ, ਕੋਈ ਵੀ ਪੱਤਰਕਾਰ ਆ, ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਵੀ ਜੇਕਰ ਉਹ ਬਹੁਤਾ ਨਹੀਂ ਪੜ੍ਹਦਾ ਤਾਂ ਉਹ ਸਫਲਤਾ ਦੇ ਨਾਲ ਆਪਣੇ ਪ੍ਰੋਗਰਾਮ ਦੀ ਪੇਸ਼ਕਾਰੀ ਨਹੀਂ ਕਰ ਸਕਦਾ ਜੀ। ਜੇਕਰ ਤੁਸੀਂ ਅੱਧੇ ਘੰਟੇ ਦਾ ਵੀ ਪ੍ਰੋਗਰਾਮ ਪੇਸ਼ ਕਰਨਾ, ਉਹਦੇ ਲਈ ਤੁਹਾਨੂੰ 3-4 ਘੰਟੇ ਪੜ੍ਹਨਾ ਪਊਗਾ। ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਵੀ ਜੇਕਰ ਟੈਂਕੀ ਦੇ ਵਿੱਚ ਪਾਣੀ ਹੈ, ਟੂਟੀ ਰਾਹੀਂ ਤਾਂ ਹੀ ਬਾਹਰ ਆਊਗਾ। ਤੇ ਪੱਤਰਕਾਰ ਦੀ ਜਿਹੜੀ ਸੂਝ ਦੀ ਟੈਂਕੀ ਆ ਉਹ ਹਰ ਰੋਜ਼ ਭਰਨੀ ਚਾਹੀਦੀ ਹੈ। ਇਹ ਗੱਲ ਤੁਹਾਡੇ ਤੇ ਵੀ ਲਾਗੂ ਹੁੰਦੀ ਆ, ਬਾਕੀ ਪੱਤਰਕਾਰ ਭੈਣਾਂ ਵੀਰਾਂ ਤੇ ਵੀ ਹੁੰਦੀ ਹੈ ਵੀ ਉਹ ਵੱਧ ਤੋਂ ਵੱਧ ਪੜ੍ਹਿਆ ਕਰਨ। ਜਿਹੜੇ ਪੱਤਰਕਾਰਤਾ ਦੇ ਪੇਸ਼ੇ ਦੇ ਵਿੱਚ ਆਉਣਾ ਚਾਹੁੰਦੇ ਆ ਜਾਂ ਜਿਹੜੇ ਆ ਚੁੱਕੇ ਆ, ਜੇਕਰ ਉਹ ਪੜ੍ਹਦੇ ਨਹੀਂ ਤਾਂ ਉਹ ਦਰਸ਼ਕਾਂ ਦੀ, ਪਾਠਕਾਂ ਦੀ, ਸਰੋਤਿਆਂ ਦੀ ਕਸਵੱਟੀ ਦੇ ਉੱਤੇ ਖਰੇ ਨਹੀਂ ਉਤਰ ਸਕਦੇ। ਖਬਰ ਦੀ ਖਬਰ ਪ੍ਰੋਗਰਾਮ ਕਰਨ ਵੇਲੇ ਮੂਹਰੇ ਮੇਰੇ ਕੁਝ ਨਹੀਂ ਹੁੰਦਾ, ਨਾ ਜਿਹਨੂੰ ਕਹਿੰਦੇ ਆਪਾਂ ਟੈਲੀਪ੍ਰੋਂਪਟਰ ਕਹਿੰਦੇ ਆ ਜੀ, ਟੈਲੀਪ੍ਰੋਂਪਟਰ, ਹਾਂ ਵੀ ਜਿਹਦੇ ਉੱਤੇ ਖਬਰਾਂ ਆਉਂਦੀਆਂ ਤੇ ਆਪਾਂ ਵੇਖ ਵੇਖ ਕੇ ਪੜ੍ਹਨਾ ਹੁੰਦਾ, ਉਹ ਨਹੀਂ ਹੁੰਦਾ। ਉਸ ਵਕਤ ਗੱਲਾਂ ਬਹੁਤ ਬੋਝ ਕੇ ਵੀ ਮੂੰਹ ਦੇ ਵਿੱਚੋਂ ਕੱਢਣੀਆਂ ਹੁੰਦੀਆਂ, ਕਿਉਂਕਿ ਪਤਾ ਨਹੀਂ ਹੁੰਦਾ ਹਿਰਦਾ ਕਿਹਦਾ ਬਲੂੰਦਰਿਆ ਜਾਣਾ ਜੀ। ਕਿਉਂਕਿ ਜੋ ਤੁਹਾਡੇ ਦਿਮਾਗ ਦੇ ਵਿੱਚ ਆ ਰਿਹਾ, ਇੱਕ ਤਾਂ ਇਹ ਹੈ ਵੀ ਇਸ ਵਕਤ ਖਬਰ ਕਿਹੜੀ ਪੰਜਾਬ 'ਚ ਚੱਲ ਰਹੀ ਹੈ ਜਾਂ ਦੇਸ਼ ਦੁਨੀਆ 'ਚ ਚੱਲ ਰਹੀ ਹੈ, ਉਸ ਖਬਰ ਦੇ ਰੂਪ ਨੂੰ ਕਿਹੜੀ ਅਖਬਾਰ ਨੇ ਕਿਹੜੇ ਰੂਪ ਦੇ ਵਿੱਚ ਪੇਸ਼ ਕੀਤਾ, ਫਿਰ ਉਹ ਪੜ੍ਹ ਕੇ ਤੇ ਉਹਦੇ ਉੱਤੇ ਆਪਣੇ ਵੱਲੋਂ ਟਿੱਪਣੀ ਕਰਨੀ ਕਿ ਮੇਰੀ ਨਜ਼ਰ ਦੇ ਮੁਤਾਬਕ, ਮੇਰੀ ਬੁੱਧੀ ਦੇ ਮੁਤਾਬਕ ਇਹ ਇਉਂ ਹੋ ਸਕਦਾ। ਇਹ ਇੱਕ ਟਿੱਪਣੀ ਦੇ ਰੂਪ ਦੇ ਵਿੱਚ ਹੁੰਦਾ। ਸੋ ਮੈਨੂੰ ਖਬਰ ਦੀ ਖਬਰ ਤਿਆਰ ਕਰਨ ਦੇ ਉੱਤੇ ਘੱਟੋ ਘੱਟ 2.5-3 ਘੰਟੇ ਪੜ੍ਹਨਾ ਪੈਂਦਾ, ਇਸ ਤੋਂ ਵੀ ਕਈ ਵਾਰ ਵੱਧ ਪੜ੍ਹਨਾ ਪੈਂਦਾ। ਕਿਉਂਕਿ ਜੇਕਰ ਅੱਜ ਤੁਸੀਂ ਅਖਬਾਰਾਂ ਨਹੀਂ ਪੜ੍ਹੀਆਂ, ਜੇਕਰ ਤੁਸੀਂ ਅੱਜ ਵੈਬਸਾਈਟਾਂ ਨਹੀਂ ਦੇਖੀਆਂ ਤੇ ਤੁਸੀਂ ਕਹੋ ਜੀ ਅੱਜ ਮੈਂ ਰੁਝੇਵੇਂ ਦੇ ਵਿੱਚ ਕੱਲ ਨੂੰ ਦੇਖੂੰਗਾ, ਤਾਂ ਕੱਲ ਵਾਲੀ ਖਬਰ ਦਾ ਜਿਹੜੇ ਲੰਘੇ ਕੱਲ ਦੇ ਨਾਲ ਉਹਦੇ ਨਾਲ ਜੁੜਾ ਨਹੀਂ ਹੁੰਦਾ। ਤੁਹਾਨੂੰ ਪਤਾ ਨਹੀਂ ਲੱਗਦਾ ਕਿ ਇਸ ਖਬਰ ਦੇ ਵਿੱਚ ਕੀ ਗੱਲ ਕੱਲ ਹੋਈ ਸੀ ਜਿਹੜੀ ਅੱਜ ਵੱਖਰੀ ਬਣਤਰ ਹੈ ਇਹਦੀ। ਸੋ ਮੈਨੂੰ ਲੱਗਦਾ ਕਿ ਸਾਰੇ ਪੱਤਰਕਾਰਾਂ ਨੂੰ ਵੱਧ ਤੋਂ ਵੱਧ ਪੜ੍ਹਨਾ ਚਾਹੀਦਾ ਤੇ ਚੰਗੀ ਤਰ੍ਹਾਂ ਪੜ੍ਹਨਾ ਚਾਹੀਦਾ ਤੇ ਪੇਤਲੀ ਗੱਲ ਨਹੀਂ ਕਰਨੀ ਚਾਹੀਦੀ। ਬਿਲਕੁਲ ਸਹੀ। ਤੇ ਮੈਂ ਦਰਸ਼ਕਾਂ ਨੂੰ ਇੱਕ ਰਾਜ਼ ਵੀ ਅੱਜ ਖੋਲ ਦਿਆਂ ਕਿ ਟਾਣਾ ਸਾਹਿਬ ਜਦੋਂ ਵੀ ਖਬਰ ਦੀ ਖਬਰ ਪ੍ਰੋਗਰਾਮ ਕਰਦੇ ਨੇ ਤੇ ਉਹ ਪ੍ਰੋਗਰਾਮ ਜਦੋਂ ਤੱਕ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਪਹੁੰਚਦਾ ਹੈ, ਉਦੋਂ ਤੱਕ ਜੇਕਰ ਕਿਸੇ ਵੀ ਖਬਰ ਦੇ ਵਿੱਚ ਤਬਦੀਲੀ ਆ ਜਾਂਦੀ ਹੈ ਤਾਂ ਟਾਣਾ ਸਾਹਿਬ ਚਾਹੇ ਰਾਤ ਦਾ 1 ਵਜੇ ਹੋਏ, 2 ਵਜੇ ਹੋਣ, 3 ਵਜੇ ਹੋਣ, ਉਸੇ ਵੇਲੇ ਦੁਬਾਰਾ ਸਟੂਡੀਓ ਦੇ ਵਿੱਚ ਜਾ ਕੇ ਤੇ ਉਸ ਖਬਰ ਨੂੰ ਬਦਲ ਕੇ ਫਿਰ ਤੁਹਾਡੀ ਕਚਹਿਰੀ ਤੱਕ ਪਹੁੰਚਾਉਂਦੇ ਨੇ ਤਾਂ ਜੋ ਸੱਚ ਹੈ ਤੇ ਜੋ ਉਸ ਵੇਲੇ ਤੱਕ ਦੀ ਹਕੀਕਤ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ। ਇਹ ਨਾ ਅਸਲ ਦੇ ਵਿੱਚ ਹਰਮਨ ਜੀ ਸੋਸ਼ਲ ਮੀਡੀਆ ਜਿਹੜਾ ਉਹ ਬਹੁਤ ਤੇਜ਼ ਮਾਧਿਅਮ ਜੀ।
ਜਿੱਥੇ ਹਰ ਕਿਸੇ ਨੇ ਆਪਣਾ ਫੈਸਲਾ, ਆਪਣੀ ਟਿੱਪਣੀ ਆ ਜਿਹੜੀ ਉਹ ਕਰ ਦੇਣੀ ਆ। ਸਾਨੂੰ ਸਭ ਨੂੰ ਬੋਲਣ ਤੇ ਲਿਖਣ ਦੀ ਜਿਹੜੀ ਆ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਹੈਗੀ ਆ। ਬਿਲਕੁਲ। ਕਈ ਵਾਰ ਅਸੀਂ ਇਸ ਆਜ਼ਾਦੀ ਦਾ ਗਲਤ ਅਰਥ ਵੀ ਕੱਢ ਲੈਂਦੇ ਆ, ਪਰ ਮੈਨੂੰ ਲੱਗਦਾ ਵੀ ਹਰ ਕੰਮ ਦੀ ਇੱਕ ਮਰਿਆਦਾ ਹੁੰਦੀ ਆ। ਉਸ ਮਰਿਆਦਾ ਦੇ ਵਿੱਚ ਰਹਿ ਕੇ ਸੱਚ ਬੋਲਣਾ ਚਾਹੀਦਾ ਜੀ। ਉਸ ਮਰਿਆਦਾ ਦੇ ਵਿੱਚ ਰਹਿ ਕੇ ਵਿਚਾਰ ਪ੍ਰਗਟਾਵਾ ਕਰਨਾ ਪੈਂਦਾ। ਮੰਨ ਲਓ ਇਸ ਵਕਤ ਕਿਤੇ ਹਾਦਸਾ ਵਾਪਰਿਆ, ਉਹਦੇ ਵਿੱਚ ਨੁਕਸਾਨ ਜਿੰਨਾ ਹੋਇਆ, ਜੇਕਰ ਮੈਂ ਹੁਣੇ ਉਹ ਪੇਸ਼ ਕਰਤਾ ਵੀ ਇੰਨਾ ਹੋਇਆ, ਜਦੋਂ ਤੱਕ ਉਹ ਪ੍ਰੋਗਰਾਮ ਐਡਿਟ ਹੋ ਕੇ 3 ਘੰਟੇ ਬਾਅਦ, 4 ਘੰਟੇ ਬਾਅਦ, 2 ਘੰਟੇ ਬਾਅਦ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਜਾਣਾ, ਉਦੋਂ ਤੱਕ ਉਹਦੀ ਬਹੁਤ ਸਾਰੀ ਰੂਪਰੇਖਾ ਬਦਲ ਜਾਂਦੀ ਆ। ਰਾਜਨੀਤੀ ਦੇ ਵਿੱਚ ਮਿੰਟ ਸਕਿੰਟ ਬਾਅਦ ਕੁਝ ਨਾ ਕੁਝ ਹੁੰਦਾ ਵਾਪਰਦਾ। ਸੋ ਇਸ ਕਰਕੇ ਇਸ ਗੱਲ ਦਾ ਖਿਆਲ ਮੈਨੂੰ ਤੇ ਸਾਨੂੰ ਸਾਰਿਆਂ ਨੂੰ ਰੱਖਣਾ ਚਾਹੀਦਾ ਕਿ ਦਰਸ਼ਕ ਨੂੰ ਇਹ ਨਾ ਲੱਗੇ ਕਿ ਇਹ ਗੱਲ ਪੁਰਾਣੀ ਹੈ ਜੀ। ਗੱਲ ਕਈ ਵਾਰ ਪੁਰਾਣੀ ਹੁੰਦੀ ਵੀ ਆ। ਹੁਣ ਜਦੋਂ ਅਸੀਂ ਇਹ ਵਿਚਾਰਾਂ ਦੀ ਸਾਂਝ ਪਾ ਰਹੇ ਹਾਂ, ਕੀ ਪਤਾ ਅਗਲੇ ਪਲ ਕੀ ਵਾਪਰ ਜਾਣਾ ਦੇਸ਼ ਦੁਨੀਆ ਦੇ ਵਿੱਚ, ਪਰ ਆਪਣੇ ਵੱਲੋਂ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਭਾਈ ਇਹ ਸਾਰੀਆਂ ਗੱਲਾਂ ਜਿਹੜੀਆਂ, ਸਾਰੇ ਪੱਖ ਜਿਹੜੇ ਕਵਰ ਹੋਣ। ਰਾਣਾ ਸਾਹਿਬ, ਵੈਸੇ ਹਰ ਰੋਜ਼ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਉੱਪਰ ਟਿੱਪਣੀਆਂ ਕਰਦੇ ਹੋ। ਜੇਕਰ ਮੈਂ ਤੁਹਾਡੇ ਵਿਚਾਰ ਲੈਣਾ ਚਾਹਾਂ ਵੀ ਇਸ ਵੇਲੇ ਤੁਸੀਂ ਪੰਜਾਬ ਨੂੰ ਤੇ ਭਾਰਤ ਨੂੰ ਕਿੱਥੇ ਕੁ ਖੜਾ ਵੇਖਦੇ ਹੋ? ਹਰਮਨ ਜੀ, ਗੱਲ ਇੱਕ ਤਾਂ ਮੈਂ ਇਹਦੇ ਵਿੱਚ ਛੋਟੀ ਜਿਹੀ ਹੋਰ ਦਰਜ ਕਰਨੀ ਚਾਹੁੰਦਾ ਵੀ ਜੇਕਰ ਸੱਚ ਬੋਲਣ ਕਰਕੇ, ਜੇਕਰ ਨਿਰਪੱਖ ਕਿਸੇ ਵੀ ਰਾਜਨੀਤਿਕ ਧਿਰ ਦੇ ਉੱਤੇ ਜਾਂ ਕਿਸੇ ਵਿਅਕਤੀ ਵਿਸ਼ੇਸ਼ ਦੇ ਉੱਤੇ ਟਿੱਪਣੀ ਕਰਨ ਕਰਕੇ ਉਹਦੀ ਪੀੜ ਹੋਈ, ਉਹਨੂੰ ਚੰਗਾ ਨਹੀਂ ਲੱਗਿਆ ਤੇ ਉਹ ਮੈਨੂੰ ਮਾਰ ਦੇਵੇ ਜੀ, ਉਹ ਮੇਰਾ ਕਤਲ ਕਰ ਦੇਵੇ, ਮੰਨ ਲਓ, ਤਾਂ ਇਹਦੇ ਨਾਲ ਵੀ ਉਹਦਾ ਮਸਲਾ ਹੱਲ ਨਹੀਂ ਹੋਣਾਗਾ। ਕਿਉਂਕਿ ਗੱਲ ਤਾਂ ਇਹ ਆ ਵੀ ਕੋਈ ਹੋਰ ਸੱਚ ਬੋਲੂਗਾ। ਗੱਲ ਤਾਂ ਇਹ ਵੀ ਆ ਕਿ ਸਾਨੂੰ ਆਪਣੇ ਵਿਚਲੀ ਉਹ ਕਮੀ ਦੂਰ ਕਰਨੀ ਚਾਹੀਦੀ ਆ, ਤਾਂ ਜੋ ਜਿਹੜਾ ਵੀ ਬੰਦਾ ਅੱਜ ਤੁਹਾਡੀ ਆਲੋਚਨਾ ਕਰਦਾ, ਉਹ ਬੰਦਾ ਕੱਲ ਨੂੰ ਇਹ ਕਹਿਣ ਲਈ ਮਜਬੂਰ ਹੋ ਜਾਏ ਕਿ ਹੁਣ ਇਹ ਬੰਦਾ ਬਿਲਕੁਲ ਸਹੀ ਕੰਮ ਕਰ ਰਿਹਾ, ਹੁਣ ਇਹ ਰਾਜਨੀਤਿਕ ਧਿਰ ਜਿਹੜੀ ਬਿਲਕੁਲ ਸਹੀ ਕੰਮ ਕਰਦੀ ਆ। ਸੋ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਜਿਹੜੀਆਂ ਕਿ ਸਾਨੂੰ ਆਪਣੀ ਆਲੋਚਨਾ ਦੇ ਰੂਪ ਦੇ ਵਿੱਚ ਸਵੀਕਾਰ ਕਰਨੀਆਂ ਚਾਹੀਦੀਆਂ। ਸਿਆਣਾ ਬੰਦਾ ਉਹ ਆ, ਸਿਆਣੀ ਰਾਜਨੀਤਿਕ ਧਿਰ ਉਹ ਆ, ਸਿਆਣੀਆਂ ਸੰਸਥਾਵਾਂ ਦੇ ਪ੍ਰਬੰਧਕ ਉਹ ਆ ਜਿਹੜੇ ਆਪਣੇ ਆਲੋਚਕ ਪੈਦਾ ਕਰਕੇ ਰੱਖਦੀਆਂ। ਜੇ ਤੁਸੀਂ ਸਿਰਫ ਆਪਦੀਆਂ ਸਿਫਤਾਂ ਸੁਣਨੀਆਂ ਚਾਹੁੰਦੇ ਹੋ ਤਾਂ ਫਿਰ ਤੁਸੀਂ ਫੇਸਬੁੱਕ ਦੇ ਉੱਤੇ ਆਪਦੀਆਂ ਟਿੱਪਣੀਆਂ ਆਪੇ ਕਰਵਾਈ ਜਾਓ। ਕਈ ਲੋਕ ਇਹ ਕੰਮ ਕਰਦੇ ਵੀ ਆ, ਪਰ ਜਿਹੜੇ ਲੋਕਾਂ ਨੇ ਕੁਝ ਨਾ ਕੁਝ ਸਿੱਖਣਾ, ਉਹਨਾਂ ਨੂੰ ਉਹਨਾਂ ਟਿੱਪਣੀਆਂ ਤੋਂ ਸਿੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਬਿਲਕੁਲ ਸਹੀ। ਤੇ ਆਪਾਂ ਗੱਲ ਕਰ ਰਹੇ ਸੀ ਕਿ ਪੰਜਾਬ ਨੂੰ ਤੇ ਭਾਰਤ ਨੂੰ ਤੁਸੀਂ ਕਿੱਥੇ ਕੁ ਖੜਾ ਵੇਖਦੇ ਹੋ, ਕਿੰਨੀ ਕੁ ਤਰੱਕੀ ਹੋ ਚੁੱਕੀ ਹੈ ਤੇ ਕਿੰਨੀ ਕੁ ਹੋਣੀ ਬਾਕੀ ਹੈ, ਇਹਦਾ ਜੇ ਸੱਚ ਪੇਸ਼ ਕਰਨਾ ਹੋਵੇ। ਦੇਖੋ, ਤਰੱਕੀ ਨਾਂ ਦਾ ਅਸੀਂ ਕੀ ਅਰਥ ਕੱਢਦੇ ਹਾਂ, ਸਵਾਲ ਤਾਂ ਇੱਕ ਇਹ ਵੀ ਆ ਜੀ। ਜੇ ਤਾਂ ਅਸੀਂ ਇਹ ਸੋਚਦੇ ਹਾਂ ਵੀ ਮੂਰਤੀਆਂ 3-3 ਹਜ਼ਾਰ ਦੀਆਂ ਖੜੀਆਂ ਕਰਕੇ ਤੇ ਭਾਰਤ ਦੇ ਵਿੱਚ ਤਰੱਕੀ ਹੋ ਗਈ ਆ, ਤੇ ਫਿਰ ਠੀਕ ਹੈ ਬਾਈ, ਬਹੁਤ ਤਰੱਕੀ ਹੋ ਗਈ ਆ ਜੀ। ਪਰ ਮੈਂ ਥੋੜੀ ਜਿਹੀ ਨਿੱਕੀ ਜਿਹੀ ਤੁਲਨਾ ਇਸ ਗੱਲ ਦੀ ਕਰਦਾ ਕਿ ਨਿਊਜ਼ੀਲੈਂਡ ਇੱਕ ਛੋਟਾ ਜਿਹਾ ਦੇਸ਼ ਆ, ਇਹ ਛੋਟਾ ਜਿਹਾ ਟਾਪੂ ਕਹਿ ਲਈਏ ਜੀ। ਇੱਥੇ 5 ਮਿਲੀਅਨ ਯਾਨੀ ਕਿ 50 ਲੱਖ ਦੇ ਕਰੀਬ ਲੋਕ ਰਹਿੰਦੇ ਆ, ਤੇ ਭਾਰਤ ਦੀ ਆਬਾਦੀ ਹੈ ਜਿਹੜੀ 135 ਕਰੋੜ ਦੇ ਕਰੀਬ ਆ। ਪੰਜਾਬ ਦੀ ਆਬਾਦੀ ਲਗਭਗ 3 ਕਰੋੜ ਜੀ। ਸੋ ਅਸੀਂ ਜਦੋਂ ਤੁਲਨਾ ਕਰਦੇ ਵੀ ਨਿਊਜ਼ੀਲੈਂਡ ਨੇ ਤਾਂ ਆਪਣਾ ਆਖਰੀ ਕੇਸ ਆ ਜਿਹੜਾ, ਯਾਨੀ ਕਿ ਇੱਕ ਕੇਸ ਸੀਗਾ ਕਰੋਨਾ ਦਾ, ਉਹ ਵੀ ਬੰਦਾ ਛੁੱਟੀ ਲੈ ਕੇ ਤੇ ਆਪਦੇ ਘਰ ਦੇ ਵਿੱਚ ਜਾ ਚੁੱਕਿਆ। ਨਿਊਜ਼ੀਲੈਂਡ ਕਰੋਨਾ ਮੁਕਤ ਹੋ ਚੁੱਕਿਆ ਇਸ ਵਕਤ, ਲੈਵਲ 1 ਦੇ ਉੱਤੇ, ਪੱਧਰ 1 ਦੇ ਉੱਤੇ ਆ ਗਿਆ। ਪਰ ਭਾਰਤ ਦੇ ਵਿੱਚ ਤਾਲਾਬੰਦੀ ਤੋਂ ਬਾਅਦ ਵੀ ਇੰਨਾ ਕੁਝ ਕਿਉਂ ਹੋਈ ਜਾਂਦਾ? ਉਹਦੇ ਪਿੱਛੇ ਕਾਰਨ ਕੀ ਆ ਵੀ ਹੁਣ ਤੱਕ 2.25 ਲੱਖ ਦੇ ਕਰੀਬ ਭਾਰਤ ਦੇ ਵਿੱਚ ਕੇਸ ਹੋ ਗਿਆ, ਤੇ ਹਾਲੇ ਅਸੀਂ ਇਹ ਗੱਲ ਕਹਿੰਦੇ ਕਿ ਥਾਲੀਆਂ ਵਜਾਉਣ ਦੇ ਨਾਲ, ਤਾੜੀਆਂ ਵਜਾਉਣ ਦੇ ਨਾਲ, ਮੋਮਬੱਤੀਆਂ ਜਗਾਉਣ ਦੇ ਨਾਲ ਮਸਲੇ ਬਹੁਤ ਹੱਲ ਹੋ ਗਏ ਆ। ਨਹੀਂ ਹੋਏ। ਅਸਲ ਦੇ ਵਿੱਚ ਅਸੀਂ ਸੋਚ ਹੀ ਨਹੀਂ ਸਕੇ, ਸਾਡੀ ਸੋਚ ਸਮਝ ਇਸ ਪੱਧਰ ਦੇ ਉੱਤੇ ਜਾ ਨਹੀਂ ਸਕੀ ਕਿ ਸੱਚ ਕੀ ਹੈ। ਅਸੀਂ ਸੱਚ ਕਬੂਲ ਕੇ ਰਾਜ਼ੀ ਨਹੀਂ, ਅਸੀਂ ਧੂਤੂ ਜੇ ਬਣੀ ਜਾਂਦੇ ਆ, ਅਸੀਂ ਲਕੀਰ ਦੇ ਫਕੀਰ ਬਣੇ ਹੋਏ ਆ। ਸਾਨੂੰ ਸੋਚਣਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਵੀ ਆਪਣੇ ਵਿੱਚ ਤਬਦੀਲੀ ਕਰਨੀ ਪਊਗੀ, ਤੇ ਪੰਜਾਬ ਦੇ ਰਾਜਨੀਤਿਕ ਲੋਕਾਂ ਦੇ ਵਿੱਚ ਤਬਦੀਲੀ ਲਿਆਉਣ ਦੇ ਲਈ ਪੰਜਾਬ ਦੇ ਵੋਟਰਾਂ ਨੂੰ ਪਹਿਲ ਕਦਮੀ ਕਰਨੀ ਪਊਗੀ। ਬਿਲਕੁਲ ਸਹੀ। ਹੁਣ ਦੇਖੋ ਵੀ ਅਸੀਂ ਜੇ ਤੁਲਨਾ ਕਰਕੇ ਦੇਖਦੇ ਹਾਂ ਬਾਹਰਲੇ ਦੇਸ਼ਾਂ ਦੇ ਨਾਲ, ਤਾਂ ਗੈਰ ਜ਼ਿੰਮੇਵਾਰੀਆਂ ਸਾਡੇ ਪੰਜਾਬੀਆਂ ਦੇ, ਸਾਡੇ ਭਾਰਤੀਆਂ ਦੇ ਹਿੱਸੇ ਦੇ ਵਿੱਚ ਬਹੁਤ ਸਾਰੀਆਂ ਆਈਆਂ ਜੀ। ਅਸੀਂ ਕੇਲੇ ਦੀ ਛਿੱਲੜ ਮਾਰਦੇ ਚਲਾ ਕੇ ਸੜਕ ਦੇ ਵਿਚਾਲੇ, ਤੇ ਕਹਿੰਦੇ ਇਹ ਆ ਵੀ ਕੈਨੇਡਾ ਦੇ ਵਿੱਚ ਸਫਾਈ ਬਹੁਤ ਆ, ਉੱਥੇ ਨਹੀਂ ਗੰਦ ਪੈਂਦਾ, ਤੇ ਮੈਂ ਕਿਉਂ ਪਾਇਆ ਵੀ ਅੱਜ ਗੰਦ? ਅਸੀਂ ਗੱਡੀ ਦੇ ਵਿੱਚ, ਅਸੀਂ ਬੱਸ ਦੇ ਵਿੱਚ ਮੂੰਗਫਲੀ ਦੇ ਛਿੱਲੜ ਸੁੱਟੀ ਜਾਂਦੇ ਆ, ਤੇ ਇਹ ਗੱਲ ਕਹਿੰਦੇ ਆ ਵੀ ਨਿਊਜ਼ੀਲੈਂਡ ਦੇ ਵਿੱਚ ਨਹੀਂ ਏਦਾਂ ਕੋਈ ਗੰਦ ਪਾਉਂਦਾ ਰੇਲ ਗੱਡੀ ਦੇ ਵਿੱਚ ਜਾਂ ਬੱਸ ਦੇ ਵਿੱਚ, ਪਰ ਅਸੀਂ ਆਪ ਕਾਹਤੋਂ ਪਾਇਆ? ਅਸੀਂ ਕਹਿੰਦੇ ਆ ਵੀ ਗੰਦ ਆ ਜਿਹੜਾ ਉਹ ਨਿਊਜ਼ੀਲੈਂਡ ਵਾਂਗੂ, ਕੈਨੇਡਾ ਵਾਂਗੂ ਖਤਮ ਹੋ ਜਾਏ ਸਾਡੇ ਦੇਸ਼ ਦੇ ਵਿੱਚੋਂ, ਪਰ ਖਤਮ ਤਾਂ ਅਸੀਂ ਕਰਨਾ। ਜੇ ਕਿਤੇ ਮੈਂ ਗੰਦ ਪਾਉਣਾ ਤਾਂ ਉਹ ਆ ਕੇ ਮੋਦੀ ਨੇ ਥੋੜੀ ਹੁੰਜਣਾ, ਉਹ ਕੈਪਟਨ ਅਮਰਿੰਦਰ ਸਿੰਘ ਨੇ ਜਾਂ ਸੁਖਬੀਰ ਸਿੰਘ ਬਾਦਲ ਨੇ ਜਾਂ ਕੇਜਰੀਵਾਲ ਨੇ ਝਾੜੂ ਥੋੜੀ ਲਾਉਣਾ। ਮੈਨੂੰ ਆਪਣੀਆਂ ਖੁਦ ਦੀਆਂ ਗਲਤੀਆਂ ਦੀ ਪਛਾਣ ਕਰਨੀ ਪਊਗੀ। ਮੈਂ ਜਦੋਂ ਵੋਟ ਪਾਉਣਾ ਉਦੋਂ ਮੈਨੂੰ ਸੋਚਣਾ ਪਊਗਾ ਕਿ ਮੇਰੇ ਵੋਟ ਦੇ ਅਧਿਕਾਰ ਦੀ ਕੀ ਤਾਕਤ ਆ। ਮੈਨੂੰ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਕਿ ਪੰਜਾਬ ਦੇ ਵਿੱਚੋਂ ਅੱਧੋਂ ਵੱਧ ਲੋਕ ਇਹ ਗੱਲ ਕਹਿੰਦੇ ਆ ਅਸੀਂ ਲੁੱਟੇ ਗਏ। ਪੰਜਾਬ ਦੀ ਕਿਸਾਨੀ ਦੀਆਂ ਮੰਗਾਂ ਨਹੀਂ ਪੂਰੀਆਂ ਹੋਈਆਂ, ਉਹ ਵੀ ਹਰ ਰੋਜ਼ ਧਰਨਾ ਦਿੰਦੇ ਲੋਕ। ਪਰ ਜੇ ਅੱਜ ਕਿਸੇ ਇੱਕ ਸਿਆਸੀ ਧਿਰ ਦੀ ਰੈਲੀ ਹੋਵੇ, ਉੱਥੇ 35-40 ਹਜ਼ਾਰ ਬੰਦਾ ਇਕੱਠਾ ਹੋ ਜਾਂਦਾ। ਉਹਨਾਂ ਦੇ ਸ਼ਰੀਕੇਬਾਜ਼ੀ ਵੜਨ ਦੀ ਰੈਲੀ ਹੋਵੇ, ਉੱਥੇ ਵੀ 35-40 ਹਜ਼ਾਰ ਬੰਦਾ ਇਕੱਠਾ ਹੋ ਜਾਂਦਾ।
ਮਤਲਬ ਇਹ ਆ ਵੀ ਲੱਖ ਸਵਾ ਲੱਖ ਬੰਦਾ ਤਾਂ ਐਨ ਬਿਲਕੁਲ ਵਿਹਲਾ ਫਿਰਦਾ, ਜੀ ਉਹਨਾਂ ਨੂੰ ਸਿਰਫ ਤੁਸੀਂ 2 ਡੰਗ ਦੀ ਰੋਟੀ ਤੇ 2 ਤੁਸੀਂ ਪੈਗ ਦੇ ਦਿਓ ਤੇ ਘਰੋਂ ਲੈ ਜਾਓ ਤੇ ਵਾਪਸ ਘਰੇ ਛੱਡ ਦਿਓ, ਮਸਲੇ ਸਾਰੇ ਹੱਲ ਆ। ਪੰਜਾਬ ਦੇ ਲੋਕਾਂ ਨੂੰ, ਸਾਡੇ ਦੇਸ਼ ਦੇ ਲੋਕਾਂ ਨੂੰ ਆਪਣੇ ਵਿੱਚ ਪਹਿਲਾਂ ਤਬਦੀਲੀ ਲੈ ਕੇ ਆਉਣੀ ਪਊਗੀ। ਜਿਹੜੀਆਂ ਗੱਲਾਂ ਅਸੀਂ ਸੱਥਾਂ ਦੇ ਵਿੱਚ ਬੈਠ ਕੇ, ਜਿਹੜੀਆਂ ਗੱਲਾਂ ਅਸੀਂ ਪਾਰਕਾਂ ਦੇ ਵਿੱਚ ਬੈਠ ਕੇ, ਜਿਹੜੀਆਂ ਗੱਲਾਂ ਅਸੀਂ ਘਰਾਂ ਦੇ ਵਿੱਚ ਬੈਠ ਕੇ, ਜਿਹੜੀਆਂ ਗੱਲਾਂ ਅਸੀਂ ਫੇਸਬੁੱਕ ਦੇ ਉੱਤੇ ਕਰਦੇ ਆ ਨਾ, ਉਹ ਗੱਲਾਂ ਸਾਨੂੰ ਸੱਚੀ ਮੁੱਚੀ ਰੈਲੀਆਂ ਦੇ ਵਿੱਚ ਖੜ ਕੇ ਕਰਨੀਆਂ ਪੈਣਗੀਆਂ, ਨੇਤਾਵਾਂ ਨੂੰ ਸਵਾਲ ਕਰਨੇ ਪੈਣਗੇ। ਜਦੋਂ ਸਵਾਲ ਕਰਨ ਦੀ ਵਾਰੀ ਆਉਂਦੀ ਆ ਉਦੋਂ ਅਸੀਂ ਪਿਛਾਂਹ ਨੂੰ ਪੈਰ ਖਿੱਚ ਲੈਂਦੇ ਆ, ਜਦੋਂ ਬੰਦਾ ਚਲਾ ਜਾਂਦਾ ਉਦੋਂ ਰੌਲਾ ਪਾਉਣ ਲੱਗ ਜਾਂਦੇ ਆ। ਤੁਸੀਂ ਦੇਖੋ ਵੀ ਬੰਦਾ ਪੋਲਿੰਗ ਬੂਥ ਦੇ ਵਿੱਚੋਂ ਬਾਹਰ ਨਿਕਲਦਾ, ਵੋਟ ਪਾ ਕੇ ਬਾਹਰ ਨਿਕਲਿਆ, ਨਾਲ ਦੇ ਨਾਲ ਕਹਿੰਦਾ ਬਣਨਾ ਬੁਣਨਾ ਕੁਛ ਨਹੀਂ ਕਾ, ਤੇ ਜੇਕਰ ਭਾਈ ਤੂੰ 2 ਮਿੰਟ ਪਹਿਲਾਂ ਸੋਚ ਲੈਂਦਾ ਵੀ ਜੇ ਨਹੀਂ ਬਣਨਾ ਤਾਂ ਫਿਰ ਨੋਟਾਂ ਦਾ ਬਟਨ ਨੱਪ ਲਾ, ਫਿਰ ਤੂੰ ਕੋਈ ਹੋਰ ਪ੍ਰਬੰਧ ਕਰ ਲਾ। ਮੈਂ ਬਸ ਸੱਚੀ ਮੁੱਚੀ ਹੈਰਾਨ ਹੋ ਜਾਂਦਾ ਵੀ ਲੋਕਾਂ ਦੀ ਮਾਨਸਿਕਤਾ ਕਿਹੋ ਜਿਹੀ ਬਣਦੀ ਜਾਂਦੀ ਆ। ਲੋਕ ਬਦਲਣ, ਸਾਰਾ ਸਮਾਜ ਬਦਲ ਜਾਣ। ਜੀ ਟਾਣਾ ਸਾਹਿਬ, ਅਕਸਰ ਗੀਤਾਂ ਦੇ ਵਿੱਚ ਅਸੀਂ ਸੁਣਦੇ ਰਹੇ ਹਾਂ, ਅਕਸਰ ਕਿਤਾਬਾਂ 'ਚ ਪੜ੍ਹਦੇ ਰਹੇ ਹਾਂ ਕਿ ਮਿੱਤਰੋ ਪੰਜਾਬ ਸਾਡਾ ਸੋਨੇ ਦੀ ਚਿੜੀ। ਕੀ ਪੰਜਾਬ ਦੁਬਾਰਾ ਸੋਨੇ ਦੀ ਚਿੜੀ ਬਣ ਪਾਊਗਾ ਕਦੇ? ਬਿਲਕੁਲ ਕੋਈ ਔਖਾ ਨਹੀਂ ਬਣਨਾ, ਪਰ ਉਹ ਸੋਨੇ ਦੀ ਚਿੜੀ ਬਣਾਉਣ ਦੇ ਵਿੱਚ ਸਾਡਾ ਵੀ ਯੋਗਦਾਨ ਹੋਣਾ ਚਾਹੀਦਾ। ਜੇ ਅਸੀਂ ਕਹਾਂਗੇ ਨਾ ਕੋਈ ਅਲਾਦੀਨ ਦਾ ਚਿਰਾਗ ਆ, ਇਹਨੂੰ ਰਗੜਾਂਗੇ, ਅੱਗੋਂ ਜਿੰਨ ਕਹੂਗਾ ਹੁਕਮ ਮੇਰੇ ਆਕਾ, ਤੇ ਅਸੀਂ ਕਹਾਂਗੇ ਜੀ ਚਲੋ ਸੋਨੇ ਦੀ ਚਿੜੀ ਬਣਾ ਦੇ ਪੰਜਾਬ ਨੂੰ, ਇਹ ਐ ਨਹੀਂ ਬਣਨਾ। ਇਹਦੇ ਲਈ ਸਾਨੂੰ ਆਪ ਨੂੰ ਕੁਝ ਨਾ ਕੁਝ ਕਰਨਾ ਪਊਗਾ। ਜਿਹੜੇ ਵੀ ਦੇਸ਼ ਇਸ ਵਕਤ ਵਿਕਸਿਤ ਆ, ਉਹਨਾਂ ਦੇ ਨਾਗਰਿਕਾਂ ਨੇ ਵੀ ਜ਼ਿੰਮੇਵਾਰੀ ਵਾਲੇ ਫਰਜ਼ ਅਦਾ ਕੀਤੇ ਆ ਤੇ ਉੱਥੋਂ ਦੇ ਰਾਜਨੀਤਿਕ ਲੋਕਾਂ ਨੇ ਵੀ ਕੀਤੇ ਆ। ਸਾਡੇ ਪੰਜਾਬ ਦੇ ਵਿੱਚ ਕੀ ਹਾਲਾਤ ਆ ਵੀ ਇਸ ਵਕਤ ਕੇਂਦਰ ਦੇ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਜੀ ਧਾਰਮਿਕ ਥਾਵਾਂ ਦੇ ਉੱਤੇ ਤੁਸੀਂ ਮਾਸਕ ਪਹਿਨਣਾ, ਧਾਰਮਿਕ ਥਾਵਾਂ ਦੇ ਵਿੱਚ ਕੜਾਹ ਪ੍ਰਸ਼ਾਦ ਆ ਜਿਹੜਾ ਉਹ ਨਹੀਂ ਵਰਤਾਉਣਾ, ਧਾਰਮਿਕ ਥਾਵਾਂ ਦੇ ਵਿੱਚ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨਾ, ਧਾਰਮਿਕ ਥਾਵਾਂ ਤੇ ਮਾਸਕ ਪਹਿਨਣੇ। ਪਰ ਪੰਜਾਬ ਦੇ ਵਿੱਚ ਨਵਾਂ ਮੁੱਦਾ ਬਣ ਗਿਆ। ਇੱਥੇ ਲੋਗੋਵਾਲ ਸਾਹਿਬ ਇਹ ਗੱਲ ਕਹੀ ਜਾਂਦੇ ਜੀ ਕਿ ਮਾਸਕ ਪਹਿਨਣ ਦੀ ਇੱਥੇ ਲੋੜ ਕੋਈ ਨਹੀਂ, ਕੜਾਹ ਪ੍ਰਸ਼ਾਦ ਤਾਂ ਅਸੀਂ ਵਰਤਾਵਾਂਗੇ, ਲੰਗਰ ਤਾਂ ਅਸੀਂ ਚਲਾਵਾਂਗੇ। ਲੰਗਰ ਦੀ ਵੀ ਮੈਂ ਬਹੁਤ ਸਤਿਕਾਰ ਦੀ ਗੱਲ ਕਰਦਾ, ਸਾਰੇ ਧਰਮਾਂ ਦਾ ਵੀ ਸਤਿਕਾਰ ਆ, ਪਰ ਮਨੁੱਖੀ ਜ਼ਿੰਦਗੀ ਸਭ ਤੋਂ ਪਹਿਲਾਂ। ਉਦੋਂ ਅਸੀਂ ਕਹਿ ਦਿੰਦੇ ਆ ਵੀ ਫਲਾਣੀ ਧਿਰ ਜਿਹੜੀ ਉਹ ਐਂ ਕਰਦੀ ਆ, ਇਧਰ ਲੱਗ ਰਿਹਾ, ਇਹ ਡਰਾਮੇਬਾਜ਼ੀ ਆ। ਤੁਸੀਂ ਦੇਖੋ ਪੰਜਾਬ ਦੇ ਵਿੱਚ ਮੁੱਦੇ ਬਣਦੇ ਆ, ਉਹਨਾਂ ਮੁੱਦਿਆਂ ਦਾ ਕਦੇ ਅੱਜ ਤੱਕ ਹੱਲ ਨਿਕਲਿਆ? ਕਿਸੇ ਮੁੱਦੇ ਦਾ ਕੋਈ ਹੱਲ ਨਹੀਂ ਨਿਕਲਿਆ। ਨਿਊਜ਼ੀਲੈਂਡ ਦੇ ਵਿੱਚ, ਹੋਰ ਦੇਸ਼ਾਂ ਦੇ ਵਿੱਚ ਇਸ ਸੰਕਟ ਦੇ ਮੌਕੇ ਸਰਕਾਰਾਂ ਨੇ ਕੀ ਕੀਤਾ? ਲੋਕਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਾਏ ਆ, ਲੋਕ ਟੈਕਸ ਦਿੰਦੇ ਆ, ਸਰਕਾਰਾਂ ਲੋਕਾਂ ਨੂੰ ਬਚਾਉਂਦੀਆਂ। ਸਾਡੇ ਦੇਸ਼ ਦੇ ਵਿੱਚ ਕਹਿੰਦੇ ਜੀ ਤੁਸੀਂ ਦਿਓ, ਅਸੀਂ ਦੇਸ਼ ਨੂੰ ਚਲਾਉਣਾ। ਜਿਹੜੇ ਲੋਕਾਂ ਨੇ ਪੀਐਮ ਕੇਅਰ ਫੰਡ ਦੇ ਵਿੱਚ ਪੈਸੇ ਪਾਤੇ, ਉਹ ਹੁਣ ਕਹਿੰਦੇ ਵੀ ਆਰਟੀਆਈ ਦੇ ਰਾਹੀਂ ਸਾਨੂੰ ਜਾਣਕਾਰੀ ਦਿਓ, ਅੱਗੋਂ ਕਦੇ ਜਾਣਕਾਰੀ ਨਹੀਂ ਦੇਣੀਗੀ। ਕਹਿਣ ਦਾ ਭਾਵ ਕੀ ਆ ਵੀ ਲੋਕਾਂ ਨੂੰ ਇਸ ਗੱਲ ਦਾ ਇਲਮ ਨਹੀਂ ਕਿ ਜੋ ਅਸੀਂ ਕਰ ਰਹੇ ਹਾਂ ਉਹ ਸਹੀ ਹੈ ਕਿ ਗਲਤ। ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਣਾ ਕੋਈ ਔਖਾ ਨਹੀਂ, ਪਰ ਉਹਦੇ ਲਈ ਸਾਨੂੰ ਸਾਰਿਆਂ ਨੂੰ ਸਮੂਹਕ ਹਮਲਾ ਮਾਰਨਾ ਪਊਗਾ। ਸਾਨੂੰ ਆਪਣੀ ਬਕਾਊ ਬਿਰਤੀ ਹੈ ਜਿਹੜੀ ਉਹ ਤਿਆਗਣੀ ਪਊਗੀ। ਸਾਨੂੰ ਪੰਜਾਬ ਦੇ ਲਈ ਫਿਕਰਮੰਦ ਨਿੱਜੀ ਤੌਰ ਦੇ ਉੱਤੇ ਹੋਣਾ ਪਊਗਾ, ਤੇ ਜੇਕਰ ਅਸੀਂ ਇੱਕ ਘਰ ਦੇ ਵਿੱਚ ਵੀ ਸਾਰੇ ਇੱਕ ਦਿਸ਼ਾ ਦੇ ਵੱਲ ਨਾ ਚੱਲੀਏ ਨਾ, ਉਹ ਘਰ ਵੀ ਪਾਟੋ ਧਾੜ ਦਾ ਸ਼ਿਕਾਰ ਹੋ ਜਾਂਦਾ, ਉਸ ਘਰ ਦਾ ਵੀ ਕੁਝ ਨਹੀਂ ਬਣਦਾ। ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ ਤਾਂ ਆਖਰ ਢਹਿੰਦਿਆਂ ਢਹਿੰਦਿਆਂ ਢਹਿ ਜਾਂਦਾ। ਜਿਹੜੇ ਘਰ ਵਿੱਚ ਹੋਵੇ ਇਤਫਾਕ ਨਹੀਂ ਤੇ ਆਖਰ ਢਹਿੰਦਿਆਂ ਢਹਿੰਦਿਆਂ ਢਹਿ ਜਾਂਦਾ। ਅਸੀਂ ਪੰਜਾਬ ਨੂੰ ਢਹਿਣੋਂ ਬਚਾ ਲਈਏ। ਪੰਜਾਬ ਦੇ ਵਿੱਚ ਜ਼ਮੀਰਾਂ ਤੇ ਜ਼ਮੀਨਾਂ ਜਿਹੜੀਆਂ ਇਸ ਵਕਤ ਦਾਅ ਦੇ ਉੱਤੇ ਲੱਗੀਆਂ ਹੋਈਆਂ ਵਿਕਣ ਦੇ ਲਈ ਤਿਆਰ ਆ, ਉਹਨਾਂ ਨੂੰ ਵਿਕਣ ਤੋਂ ਬਚਾਈਏ। ਅਸੀਂ ਥੋੜੇ ਜਿਹੇ ਮੁੱਲਵਾਨ ਬਣੀਏ, ਅਸੀਂ ਪੰਜਾਬ ਦੇ ਪ੍ਰਤੀ ਸੁਹਿਰਦ ਹੋਈਏ। ਹਮਲਾ ਜੇਕਰ ਸਮੂਹਕ ਤੌਰ ਤੇ ਮਾਰਾਂਗੇ ਨਾ ਤੇ ਕੋਈ ਵੱਡੀ ਗੱਲ ਨਹੀਂ, ਸਾਰਾ ਕੁਝ ਬਦਲ ਸਕਦਾ। ਟਾਣਾ ਸਾਹਿਬ, ਸੰਖੇਪ ਦੇ ਵਿੱਚ ਇੱਕ ਉੱਤਰ ਤੁਹਾਡੇ ਤੋਂ ਚਾਹੁੰਦੀ ਆ ਵੀ ਨਿੱਜੀ ਤੌਰ ਤੇ ਤੁਹਾਨੂੰ ਕਿਹੜੀ ਸਿਆਸੀ ਪਾਰਟੀ ਪਸੰਦ ਹੈ? ਦੇਖੋ, ਮੈਨੂੰ ਤਾਂ ਹਰ ਉਹ ਸਿਆਸੀ ਧਿਰ ਚੰਗੀ ਲੱਗੂਗੀ ਜਿਹੜੀ ਵੀ ਸਿਆਸੀ ਧਿਰ ਪੰਜਾਬ ਦੇ ਪ੍ਰਤੀ ਸੋਚਦੀ ਹੈ। ਪਰ ਮੈਨੂੰ ਇਸ ਗੱਲ ਦੇ ਉੱਤੇ ਹਮੇਸ਼ਾ ਦੁੱਖ ਹੁੰਦਾ ਕਿ ਸੋਚਦਿਆਂ ਪਹਿਲਾਂ ਆਪਦੇ ਬਾਰੇ ਸੋਚਿਆ ਜਾਂਦਾ। ਸਾਨੂੰ ਇਹ ਸੁਪਨਾ ਦਿਖਾਇਆ ਜਾਂਦਾ ਜੀ ਕਿ ਪੰਜਾਬ ਦੇ ਬਾਰੇ ਅਸੀਂ ਹੀ ਸਾਰਾ ਕੁਝ ਕਰ ਸਕਦੇ ਹਾਂ, ਪਰ ਨੀਤ ਉਹਨਾਂ ਦੀ ਕੁਰਸੀ ਦੇ ਨਾਲ ਹੁੰਦੀ ਹੈ। ਬਾਹਰਲੇ ਦੇਸ਼ਾਂ ਦੇ ਵਿੱਚ ਕੀ ਹੁੰਦਾ ਕਿ ਬੰਦਾ ਕਈ ਵਾਰ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਉੱਤੇ ਆ, ਉਹ ਕਹਿ ਦਿੰਦਾ ਜੀ ਕਿ ਹੁਣ ਨਹੀਂ ਮੈਂ ਕੰਮ ਕਰ ਸਕਦਾ, ਹੁਣ ਮੈਂ ਆਪਦੇ ਪਰਿਵਾਰ ਨੂੰ ਸਮਾਂ ਦੇਣਾ, ਹੁਣ ਮੈਂ ਇਸ ਕੁਰਸੀ ਨੂੰ ਛੱਡਿਆ, ਜਾਂ ਉਹਦੇ ਉੱਤੇ ਕੋਈ ਦੋਸ਼ ਲੱਗ ਗਿਆ, ਉਹ ਆਪੇ ਕਹਿ ਦਿੰਦਾ ਮੈਂ ਅਸਤੀਫਾ ਦਿੱਤਾ। ਜਿੰਨੀ ਦੇਰ ਤੱਕ ਜਾਂਚ ਪੜਤਾਲ ਚੱਲਦੀ ਆ ਮੈਂ ਕੁਰਸੀ ਦੇ ਨੇੜੇ ਨਹੀਂ ਆਊਂਗਾ। ਜੇਕਰ ਮੈਨੂੰ ਕਲੀਨ ਚਿੱਟ ਮਿਲ ਗਈ ਮੈਂ ਤਾਂ ਇਸ ਕੁਰਸੀ ਦਾ ਹੱਕਦਾਰ ਆ। ਪਰ ਸਾਡੇ ਦੇਸ਼ ਦੇ ਵਿੱਚ ਨੇਤਾ ਜਿਹੜਾ ਉਹ ਭਾਵੇਂ 90 ਸਾਲ ਦਾ ਹੋ ਕੇ ਮਰੇ, ਭਾਵੇਂ 110 ਸਾਲ ਦਾ ਹੋ ਕੇ ਮਰੇ, ਭਾਵੇਂ 80 ਸਾਲਾਂ ਦੇ ਵਿੱਚ ਮਰੇ, ਉਹ ਕਹਿੰਦਾ ਮੇਰੀ ਕੁਰਸੀ ਮੇਰੇ ਨਾਲ ਹੀ ਫੂਕ ਦਿਓ, ਕੋਈ ਹੋਰ ਨਾ ਬੈਠ ਜੇ, ਜੇ ਬੈਠਣਾ ਤਾਂ ਮੇਰਾ ਮੁੰਡਾ ਬੈਠੇ। ਸੋ ਬਹੁਤ ਕੁਝ ਆ ਜਿਹੜਾ ਕਿ ਤੁਲਨਾਤਮਕ ਅਧਿਐਨ ਦੇ ਤੌਰ ਦੇ ਉੱਤੇ ਆ, ਪਰ ਪੰਜਾਬ ਨੂੰ ਕੋਈ ਵੀ ਸਿਆਸੀ ਪਾਰਟੀ ਮਿਲ ਜੇ, ਇਹ ਪੰਜਾਬ ਦੇ ਲੋਕਾਂ ਦੀ ਸੋਚ ਮੁਤਾਬਕ ਹੀ ਨੇਤਾ ਮਿਲਦੇ ਆ। ਕੋਈ ਵੱਖਰੀ ਗੱਲ ਨਹੀਂ, ਕੋਈ ਜੁਗਾਂਡਾ ਦੇ ਵਿੱਚੋਂ ਆ ਕੇ ਪੈਕੇਜ ਨਹੀਂ ਲਾਉਂਦੇ ਵੀ ਆਹ ਲਓ ਜੀ ਤੁਹਾਡੇ ਲਈ ਅਸੀਂ ਆਹ ਕਰਤਾ। ਸੋ ਮੈਨੂੰ ਸਾਰੀਆਂ ਸਿਆਸੀ ਧਿਰਾਂ ਦੇ ਉੱਤੇ ਕੋਈ ਇਤਰਾਜ਼ ਨਹੀਂ, ਬਸ਼ਰਤੇ ਉਹ ਪੰਜਾਬ ਦੇ ਲਈ ਕੰਮ ਕਰਦੀਆਂ ਹੋਣ। ਜੀ, ਤੇ ਹੁਣ ਇੱਕ ਜਾਂਦਿਆਂ ਜਾਂਦਿਆਂ ਰਾਜ਼ ਦੀ ਗੱਲ ਮੈਂ ਦੱਸਣਾ ਚਾਹੁੰਦੀ ਆ ਵੀ ਵਾਕਈ ਸੰਜੀਦਾ ਗੱਲਾਂ ਕਰਨੀਆਂ ਬਹੁਤ ਔਖੀਆਂ ਨੇ। ਮੇਰਾ ਸਾਹ ਇੱਥੇ ਜਿਹਾ ਹੀ ਫਸਿਆ ਹੋਇਆ ਸੀ। ਮੈਂ ਪੂਰੀ ਕੋਸ਼ਿਸ਼ ਕੀਤੀ ਕਿ ਅੱਜ ਪੂਰਨ ਤੌਰ ਤੇ, ਕਿਉਂਕਿ ਖਬਰ ਦੀ ਖਬਰ ਪ੍ਰੋਗਰਾਮ ਹੈ, ਤਾਂ ਸੰਜੀਦਾ ਹੋ ਕੇ ਗੱਲਬਾਤ ਕੀਤੀ ਜਾਏ। ਸੋ ਇੱਕ ਵਾਰ ਫਿਰ ਤੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਇਸ 1000 ਕਿਸ਼ਤ ਦੀਆਂ,
ਤੇ ਤੁਹਾਨੂੰ ਸਲਾਮ ਹੈ ਟਾਣਾ ਸਾਹਿਬ ਤੇ ਅਸੀਂ ਚਾਹੁੰਦੇ ਆ ਕਿ ਇਹ ਪ੍ਰੋਗਰਾਮ ਇਸੇ ਤਰ੍ਹਾਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਦਾ ਰਹੇ। ਮੈਂ ਤੁਹਾਡਾ ਦਿਲੀ ਤੌਰ ਤੇ ਹਰਮਨ ਜੀ ਧੰਨਵਾਦੀ ਆ। ਜੀ ਅਸੀਂ ਚੱਜ ਦਾ ਵਿਚਾਰ ਦੇ ਵਿੱਚ ਸਾਂਝ ਪਾਉਨੇ, ਦਰਸ਼ਕ ਬਹੁਤ ਪਿਆਰ ਦਿੰਦੇ ਆ, ਜੀ ਪਰ ਉਹਦਾ ਜਿਵੇਂ ਮੈਂ ਪਹਿਲਾਂ ਗੱਲ ਕੀਤਾ ਵੀ ਰੂਪ ਹੋਰ ਹੁੰਦਾ, ਖਬਰ ਦੀ ਖਬਰ ਦਾ ਜਾਂ ਹੋਰ ਜਿੰਨੇ ਵੀ ਪ੍ਰੋਗਰਾਮ ਕਿਸੇ ਵੀ ਟੈਲੀਵਿਜ਼ਨ ਚੈਨਲ ਦੇ ਉੱਤੇ ਚੱਲਦੇ ਆ ਜੀ ਉਹ ਵੱਖਰੀ ਗੱਲ ਹੁੰਦੀ ਆ। ਪਰ 1000 ਕਿਸ਼ਤ ਦੀਆਂ ਮੁਬਾਰਕਾਂ ਕੱਲੇ ਮੈਨੂੰ ਨਹੀਂ, ਆਪਣੀ ਸਮੁੱਚੀ ਟੀਮ ਨੂੰ, ਆਪਣੇ ਹਰ ਅਦਾਰੇ ਦੇ ਮੈਂਬਰ ਨੂੰ ਤੇ ਸਾਰੇ ਹੀ ਦਰਸ਼ਕਾਂ ਨੂੰ ਆ ਜਿਨ੍ਹਾਂ ਦੇ ਕਰਕੇ ਕੋਈ ਪ੍ਰੋਗਰਾਮ ਇੰਨਾ ਲੰਮਾ ਸਮਾਂ ਚੱਲਦਾ। ਮੈਂ ਨਿੱਜੀ ਤੌਰ ਦੇ ਉੱਤੇ ਹਮੇਸ਼ਾ ਇਹ ਕੋਸ਼ਿਸ਼ ਕਰੂੰਗਾ ਵੀ ਸੱਚ ਦੇ ਨੇੜੇ ਤੇੜੇ ਰਵਾਂ ਜੀ। ਸੋ ਇਸੇ ਗੱਲ ਦੇ ਨਾਲ ਹੀ ਹੁਣ ਅਸੀਂ ਪ੍ਰੋਗਰਾਮ ਨੂੰ ਸਮੇਟਦੇ ਹਾਂ। ਜਾਣਦਾ ਹੋ ਗਿਆ ਵੇਲਾ, ਪਰ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤਾਈਂ ਪਹੁੰਚਾਇਓ। ਦੋਵਾਂ ਦੇ ਇਜਾਜ਼ਤ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।